गुड मॉर्निंग डियर स्टूडेंट्स। ਅੱਜ ਆਪਾਂ ਸਟਾਰਟ ਕਰਨ ਲੱਗੇ ਹਾਂ ਚੈਪਟਰ ਨੰਬਰ 1 ਦੈਟ ਇਜ਼ ਮੈਟਰ। ਠੀਕ ਹੈ, ਇਸ ਚੈਪਟਰ ਵਿੱਚ ਪੜਾਂਗੇ ਕਿ ਸਟੇਟਸ ਆਫ ਮੈਟਰ ਕਿੰਨੇ ਹੁੰਦੇ ਆ, ਵੀ ਸਟੇਟਸ ਆਫ ਮੈਟਰ ਕਿਹੜੇ ਕਿਹੜੇ ਹੁੰਦੇ ਆ, ਉਹਨਾਂ ਦੀਆਂ ਕਰੈਕਟਰਿਸਟਿਕਸ ਕਿੱਦਾਂ ਦੀਆਂ, ਉਹਨਾਂ ਦੇ ਪਾਰਟੀਕਲਸ ਕਿੱਦਾਂ ਦੇ ਹੈ, ਜਾਂ ਕੋਈ ਇੱਕ ਮੈਟਰ ਹੈ ਉਹ ਕਿਹਨੂੰ ਕਿਹਨੂੰ ਜੋੜ ਕੇ ਬਣਿਆ ਹੁੰਦਾ, ਕੀ ਵਿੱਚ ਸਬਸਟੈਂਸਿਸ ਹੁੰਦੇ ਆ, ਆਪਾਂ ਉਹ ਚੀਜ਼ ਬਾਰੇ ਪੜ੍ਹਨਾ ਇਸ ਚੈਪਟਰ 'ਚ। ਠੀਕ ਹੈ, ਤਾਂ ਫਸਟ ਟੌਪਿਕ ਆ ਗਿਆ ਆਪਣੇ ਕੋਲ ਵਾਟ ਇਜ਼ ਮੈਟਰ। ਜਿਵੇਂ ਆਪਣੇ ਚੈਪਟਰ ਦਾ ਨੇਮ ਹੈ ਮੈਟਰ, ਤਾਂ ਸਭ ਤੋਂ ਪਹਿਲਾਂ ਦੇਖੀਏ ਕਿ ਮੈਟਰ ਦਾ ਮਤਲਬ ਕੀ ਹੁੰਦਾ ਹੈ। ਮੈਟਰ ਕੀ ਹੁੰਦਾ ਹੈ? ਐਨੀਥਿੰਗ ਦੈਟ ਆਕੂਪਾਈ ਸਪੇਸ ਐਂਡ ਹੈਜ਼ ਮਾਸ ਇਜ਼ ਕਾਲਡ ਮੈਟਰ। ਕੋਈ ਵੀ ਮੰਨ ਲਓ ਆਪਣੇ ਕੋਲ ਸਬਸਟਾਂਸ ਹੈ, ਜਿਵੇਂ ਆਹ ਟੇਬਲ ਹੈ ਜਾਂ LED ਹੈ, ਠੀਕ ਹੈ, ਜਿਹਦਾ ਕੋਈ ਨਾ ਕੋਈ ਜਿਹੜੀ ਸਪੇਸ ਕਵਰ ਕਰੇ। ਦੇਖੋ ਇਹ ਟੇਬਲ ਹੈ, ਕੋਈ ਨਾ ਕੋਈ ਸਪੇਸ ਕਵਰ ਕਰ ਰਿਹਾ ਨਾ, ਪਲੱਸ ਇਹ ਟੇਬਲ ਦਾ ਕੁਛ ਮਾਸ ਵੀ ਹੈ, ਕੁਛ ਭਾਰ ਵੀ ਹੈ। ਠੀਕ ਹੈ, ਤਾਂ ਉਹ ਵਾਲੀ ਸਬਸਟਾਂਸ, ਉਹ ਵਾਲਾ ਚੀਜ਼ ਜਿਹੜੀ ਸਪੇਸ ਵੀ ਕਵਰ ਕਰੇ ਅਤੇ ਜਿਹਦਾ ਕੋਈ ਮਾਸ ਵੀ ਹੋਵੇ, ਉਹਨੂੰ ਆਪਾਂ ਕੀ ਬੋਲਦੇ ਹਾਂ? ਮੈਟਰ। ਤਾਂ ਮੈਟਰ ਦੀ ਸਿੰਪਲ ਡੈਫੀਨੇਸ਼ਨ ਕੀ ਹੈ? ਐਨੀਥਿੰਗ ਦੈਟ ਆਕੂਪਾਈ ਸਪੇਸ ਐਂਡ ਹੈਜ਼ ਮਾਸ ਇਜ਼ ਨੋਨ ਐਜ਼ ਮੈਟਰ। ਜਿੰਨੇ ਵੀ ਆਪਾਂ ਆਪਣੇ ਆਸੇ ਪਾਸੇ ਦੇਖ ਰਹੇ ਹਾਂ, ਜਿਵੇਂ ਟੇਬਲ ਹੈ, ਚੇਅਰ ਹੈ, ਬੁੱਕਸ, ਜਾਂ ਕੋਈ ਵੀ ਗੈਸ਼ੀਅਸ ਸਬਸਟਾਂਸ ਹੈ, ਜਿਵੇਂ ਆਕਸੀਜਨ ਗੈਸ ਆਪਣੇ ਆਸੇ ਪਾਸੇ, ਕਾਰਬਨ ਡਾਈਆਕਸਾਈਡ ਗੈਸ ਹੈ, ਠੀਕ ਹੈ, ਜਾਂ ਆਪਾਂ ਜਿਹੜਾ ਪਾਣੀ ਪੀ ਰਹੇ ਹਾਂ ਵਾਟਰ, ਜਾਂ ਕੋਈ ਵੀ ਲਿਕੁਇਡ ਹੈ, ਸਾਰੀ ਕੀ ਹੈ? ਮੈਟਰ ਹੈ, ਕਿਉਂਕਿ ਸਾਰੇ ਕੋਈ ਨਾ ਕੋਈ ਸਪੇਸ ਆਕੂਪਾਈ ਕਰ ਰਿਹਾ ਅਤੇ ਸਾਰਿਆਂ ਦਾ ਕੋਈ ਨਾ ਕੋਈ ਮਾਸ ਹੈ। ਠੀਕ ਹੈ, ਤਾਂ ਇਹ ਮੇਨ ਦੋ ਪ੍ਰੋਪਰਟੀਜ਼ ਹੈ, ਵੀ ਇੱਕ ਤਾਂ ਮੈਟਰ ਸਪੇਸ ਆਕੂਪਾਈ ਕਰਨਾ ਚਾਹੀਦਾ, ਇੱਕ ਮੈਟਰ ਕੋਲ ਮਾਸ ਹੋਣਾ ਚਾਹੀਦਾ। ਤਾਂ ਦੋਨੋਂ ਕੰਡੀਸ਼ਨਸ ਅਗਰ ਫੁੱਲਫਿਲ ਹੈ ਤਾਂ ਉਹ ਚੀਜ਼ ਕੀ ਹੋਊਗੀ? ਮੈਟਰ ਹੋਊਗੀ। ਠੀਕ ਹੈ, ਬਟ ਜਿਵੇਂ ਆਪਣੀਆਂ ਫੀਲਿੰਗਸ ਹੁੰਦੀਆਂ, ਜਿਵੇਂ ਆਪਣਾ ਫੀਲਿੰਗਸ ਹੈ ਕਿ ਆਪਾਂ ਨੂੰ ਮਤਲਬ ਆਪਾਂ ਖੁਸ਼ ਹੈ ਜਾਂ ਆਪਾਂ ਨੂੰ ਗੁੱਸਾ ਆ ਰਿਹਾ, ਉਹ ਖੁਸ਼ ਜਾਂ ਦੁੱਖ ਹੋਣਾ, ਉਹ ਇੱਕ ਕੀ ਹੈ? ਮੈਟਰ ਹੈ। ਉਹਨਾਂ ਦੀ ਕੋਈ ਸਪੇਸ, ਉਹਨਾਂ ਦਾ ਕੋਈ ਮਾਸ ਹੈਗਾ, ਕੋਈ ਭਾਰ ਹੈਗਾ ਉਹਨਾਂ ਦਾ? ਨਹੀਂ। ਤਾਂ ਉਹ ਵਾਲੀ ਚੀਜ਼ ਜਿਨ੍ਹਾਂ ਵਿੱਚ ਕੋਈ ਭਾਰ ਨਹੀਂ ਹੈ, ਕੋਈ ਸਪੇਸ ਨਹੀਂ ਆਕੂਪਾਈ ਕਰ ਰਹੀਆਂ, ਤਾਂ ਉਹ ਮੈਟਰ ਨਹੀਂ ਹੁੰਦਾ। ਫੋਰ ਐਗਜ਼ਾਮਪਲ ਆਪਣੀਆਂ ਫੀਲਿੰਗਸ, ਕਿ ਆਪਾਂ ਖੁਸ਼ੀ ਹੈ ਕਿ ਆਪਾਂ ਦੁੱਖ ਹੈ, ਉਹ ਆਪਣਾ ਮੈਟਰ ਨਹੀਂਗਾ। ਬਟ ਜਿਹੜੀ ਚੀਜ਼ ਦਾ ਮਾਸ ਹੈ, ਜਿਹਦੀ ਕੋਈ ਸਪੇਸ ਆਕੂਪਾਈ ਕਰ ਰਹੀ ਹੈ ਜਿਹੜੀ ਚੀਜ਼, ਉਹ ਕੀ ਹੋਊਗੀ? ਮੈਟਰ ਹੋਊਗੀ। ਠੀਕ ਹੈ, ਟੂ ਅਸੈਂਸ਼ੀਅਲ ਪ੍ਰੋਪਰਟੀਜ਼ ਆਫ ਮੈਟਰ। ਤਾਂ ਹੁਣੇ ਆਪਾਂ ਪੜ੍ਹ ਕੇ ਚੁੱਕੇ ਹਾਂ ਟੂ ਅਸੈਂਸ਼ੀਅਲ ਪ੍ਰੋਪਰਟੀਜ਼ ਆਫ ਮੈਟਰ ਕਿਹੜੀਆਂ ਕਿਹੜੀਆਂ। ਪਹਿਲਾ ਕਿ ਮੈਟਰ ਆਕੂਪਾਈ ਸਪੇਸ। ਮੈਟਰ ਜਿਹੜਾ ਹੈਗਾ, ਜਿਵੇਂ ਮੰਨ ਲਓ ਪਾਣੀ ਹੈ, ਇਹ ਪਾਣੀ ਨੇ ਕੋਈ ਨਾ ਕੋਈ ਸਪੇਸ ਆਕੂਪਾਈ ਕੀਤੀ ਹੋਈ ਹੈ। ਠੀਕ ਹੈ, ਤਾਂ ਫਸਟ ਪ੍ਰੋਪਰਟੀ ਕੀ ਹੋਗੀ? ਕਿ ਮੈਟਰ ਆਕੂਪਾਈ ਸਪੇਸ। ਸੈਕਿੰਡ ਪ੍ਰੋਪਰਟੀ ਕੀ ਹੋਣੀ ਚਾਹੀਦੀ ਹੈ ਆਪਣੇ ਕੋਲ? ਮੈਟਰ ਹੈਜ਼ ਮਾਸ। ਅਗਰ ਮੈਟਰ ਕੋਈ ਨਾ ਕੋਈ ਸਪੇਸ ਆਕੂਪਾਈ ਕਰ ਰਿਹਾ ਪਲੱਸ ਉਸ ਸਬਸਟਾਂਸ ਵਿੱਚ ਮਾਸ ਵੀ ਹੈਗਾ, ਕੋਈ ਭਾਰ ਵੀ ਹੈਗਾ ਸਬਸਟਾਂਸ ਦਾ, ਤਾਂ ਆਪਾਂ ਦੋਨੋਂ ਕੰਡੀਸ਼ਨਸ ਫੁੱਲਫਿਲ ਹੋਣ 'ਤੇ ਕਵਾਂਗੇ ਕਿ ਉਹ ਚੀਜ਼ ਕੀ ਹੈ? ਮੈਟਰ ਹੈ। ਠੀਕ ਹੈ, ਮਤਲਬ ਕੋਈ ਨਾ ਕੋਈ ਚੀਜ਼ ਆਪਣਾ ਵੇਟ ਵੀ, ਉਹਨਾਂ ਦਾ ਮਾਸ ਵੀ ਹੈ, ਤਾਂ ਉਹਦੇ ਵਿੱਚ ਵੀ ਉਹ ਮੈਟਰ ਹੋਊਗਾ। ਕੰਪੋਜੀਸ਼ਨ ਆਫ ਮੈਟਰ, ਜੋ ਵੀ ਆਪਾਂ ਪੜ੍ਹ ਰਹੇ ਹਾਂ, ਮੰਨ ਲਓ ਆਪਣੇ ਕੋਲ ਟੇਬਲ ਹੈ, ਚੇਅਰ ਹੈ, ਇਹ ਸਾਰੇ ਜਿਹੜੇ ਮੈਟਰ ਹੁੰਦੇ ਆ ਇਹ ਕਾਹਦੇ ਤੋਂ ਬਣੇ ਹੁੰਦੇ ਆ? ਕੀ ਇਹਦੇ ਵਿੱਚ ਬੇਸਿਕ ਸਬਸਟਾਂਸ ਪ੍ਰੈਜ਼ੈਂਟ ਹੁੰਦਾ ਹੈ? ਆਪਾਂ ਉਹ ਬੇਸਿਕ ਸਬਸਟਾਂਸ, ਉਹਦੀ ਕੰਪੋਜੀਸ਼ਨ ਮਤਲਬ ਮਟੀਰੀਅਲ ਆਫ ਮੈਟਰ ਬਾਰੇ ਪੜ੍ਹਨ ਲੱਗੇ ਆ। ਤਾਂ ਉਹਦੇ ਵਿੱਚ ਮੈਟਰ ਵਿੱਚ ਮੇਨਲੀ ਹੁੰਦੇ ਆ ਐਟਮਸ ਐਂਡ ਮੋਲੀਕਿਊਲਸ। ਕੋਈ ਵੀ ਮੰਨ ਲਓ ਆਪਣੇ ਕੋਲ, ਇੱਥੋਂ ਮੰਨ ਲਓ ਆਪਣੇ ਕੋਲ ਟੇਬਲ ਹੈ, ਠੀਕ ਹੈ, ਇਹ ਟੇਬਲ ਵਿੱਚ ਐਕਚੁਅਲੀ ਕੀ ਹੋਣਗੇ? ਛੋਟੇ ਛੋਟੇ ਸਮੋਲੈਸਟ ਪਾਰਟੀਕਲਸ ਹੋਣਗੇ। ਠੀਕ ਹੈ, ਇੱਕ ਮੈਟਰ ਦੇ ਵਿੱਚ ਜਾਂ ਤਾਂ ਐਟਮਸ ਹੋ ਸਕਦੇ ਆ ਜਾਂ ਉਹਦੇ ਵਿੱਚ ਮੋਲੀਕਿਊਲਸ ਹੁੰਦੇ ਆ। ਠੀਕ ਹੈ, ਐਟਮਸ ਐਂਡ ਮੋਲੀਕਿਊਲਸ, ਇਹ ਦੋ ਪਾਰਟ ਹੈ ਜਿਹੜੇ ਕਿ ਮੈਟਰ ਵਿੱਚ ਹੋ ਸਕਦੇ ਆ। ਤਾਂ ਆਪਾਂ 1 ਬਾਏ 1 ਰੀਡ ਕਰਦੇ ਹਾਂ। ਐਟਮ ਅਤੇ ਮੋਲੀਕਿਊਲ ਕੀ ਹੁੰਦਾ? ਦ ਸਮੋਲੈਸਟ ਪਾਰਟੀਕਲ ਆਫ ਮੈਟਰ। ਇੱਕ ਮੈਟਰ, ਜਿਵੇਂ ਮੰਨ ਲਓ ਮੈਂ ਇੱਕ ਟੇਬਲ ਲੈ ਲਿਆ, ਉਹ ਟੇਬਲ ਦੇ ਵਿੱਚ ਜੋ ਸਭ ਤੋਂ ਸਮੋਲੈਸਟ ਪਾਰਟੀਕਲ ਹੋਊਗਾ ਵਿਚ ਮੇ ਔਰ ਮੇ ਨਾਟ ਐਗਜ਼ਿਸਟ ਇੰਡੀਪੈਂਡੈਂਟਲੀ, ਜਾਂ ਤਾਂ ਮਤਲਬ ਇੱਦਾਂ ਫ੍ਰੀ ਸਟੇਟ 'ਚ ਪਿਆ, ਜਾਂ ਉਹਦੇ ਨਾਲ ਕੋਈ ਕੀ ਹੈ? ਹੋਰ ਵੀ ਨਾਲ ਜੁੜੇ ਹੋਏ ਆ ਸੇਮ ਕਾਈਂਡ ਆਫ ਐਟਮਸ, ਤਾਂ ਉਹਨੂੰ ਆਪਾਂ ਕਹਾਂਗੇ ਕਿ ਉਹ ਸਮੋਲੈਸਟ ਪਾਰਟੀਕਲ ਕੀ ਹੈ? ਐਟਮ ਹੈ। ਠੀਕ ਹੈ, ਜਿਵੇਂ ਸੋਲਿਡ ਕੋਈ ਵੀ ਲੈ ਲਓ, ਟੇਬਲ, ਚੇਅਰ, ਉਹਦੇ ਵਿੱਚ ਇੱਦਾਂ ਦੇ ਐਟਮਸ ਹੁੰਦੇ ਆ। ਲਿਕੁਇਡ ਲੈ ਲਓ, ਉਹਦੇ 'ਚ ਇੱਦਾਂ ਦੇ ਹੁੰਦੇ ਆ। ਕੋਈ ਵੀ ਮਤਲਬ ਆਕਸੀਜਨ, ਕਾਰਬਨ ਡਾਈਆਕਸਾਈਡ ਗੈਸ ਲੈ ਲਓ, ਉਹਦੇ ਵਿੱਚ ਪਾਰਟੀਕਲਸ ਇੱਦਾਂ ਦੇ ਹੁੰਦੇ ਆ। ਠੀਕ ਹੈ, ਤਾਂ ਐਟਮ ਕੀ ਹੈ? ਸਮੋਲੈਸਟ ਪਾਰਟੀਕਲ ਆਫ ਮੈਟਰ। ਇਹ ਪੂਰੇ ਮੈਟਰ ਦਾ ਜੋ ਸਭ ਤੋਂ ਸਮੋਲੈਸਟ ਪਾਰਟੀਕਲ ਹੈ ਵਿਚ ਮੇ ਔਰ ਮੇ ਨਾਟ ਐਗਜ਼ਿਸਟ ਇੰਡੀਪੈਂਡੈਂਟਲੀ, ਜਾਂ ਤਾਂ ਉਹ ਇਕੱਲਾ ਵੀ ਐਗਜ਼ਿਸਟ ਕਰ ਸਕਦਾ ਜਾਂ ਉਹਨੂੰ ਕੀ ਹੈ? ਕਿਸੇ ਨਾਲ ਮਤਲਬ ਅਟੈਚ ਹੋ ਕੇ ਐਗਜ਼ਿਸਟ ਹੋਇਆ ਹੁੰਦਾ। ਤਾਂ ਇਹ ਫਸਟ ਹੋ ਗਿਆ ਆਪਣੇ ਕੋਲ ਐਟਮ। ਸੈਕਿੰਡ ਹੈਗਾ ਆਪਣੇ ਕੋਲ ਮੋਲੀਕਿਊਲ। ਇੱਥੇ ਆਊਗਾ ਮੋਲੀਕਿਊਲ। ਤਾਂ ਮੋਲੀਕਿਊਲ ਕੀ ਹੁੰਦਾ ਹੈ? ਇਟ ਇਜ਼ ਨਾਟ ਐਨ ਐਟਮ, ਓਕੇ, ਇਟ ਇਜ਼ ਮੋਲੀਕਿਊਲ।
ਤਾਂ ਮੋਲੀਕਿਊਲ ਕੀ ਹੁੰਦਾ ਹੈ? ਮੋਲੀਕਿਊਲ ਵੀ ਸਮੋਲੈਸਟ ਪਾਰਟੀਕਲ ਹੁੰਦਾ ਮੈਟਰ ਦਾ। ਜੇ ਆਪਾਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਮੋਲੀਕਿਊਲ ਵੀ ਸਮੋਲੈਸਟ ਪਾਰਟੀਕਲ ਐਟਮ ਦਾ, ਬਟ ਵਿਚ ਕੈਨ ਐਗਜ਼ਿਸਟ ਇੰਡੀਪੈਂਡੈਂਟਲੀ। ਜਿਹੜਾ ਇੰਡੀਪੈਂਡੈਂਟਲੀ ਐਗਜ਼ਿਸਟ ਕਰ ਸਕਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਮੋਲੀਕਿਊਲ। ਠੀਕ ਹੈ, ਜਿਹੜਾ ਐਟਮ ਸੀਗਾ ਉਹ ਜਾਂ ਤਾਂ ਕਰ ਸਕਦਾ ਜਾਂ ਨਹੀਂ ਕਰ ਸਕਦਾ, ਡਿਪੈਂਡ ਕਰਦਾ ਸਿਚੁਏਸ਼ਨ ਟੂ ਸਿਚੁਏਸ਼ਨ। ਮਤਲਬ ਇਹ ਤੁਸੀਂ ਅਗਲੀ ਕਲਾਸਿਸ 'ਚ ਪੜ੍ਹੋਗੇ ਪ੍ਰੋਪਰਲੀ। ਅਤੇ ਜਿਹੜਾ ਮੋਲੀਕਿਊਲ ਹੈ ਉਹ ਐਗਜ਼ਿਸਟ ਕਰ ਸਕਦਾ ਇੰਡੀਪੈਂਡੈਂਟਲੀ, ਤਾਂ ਉਹਨੂੰ ਆਪਾਂ ਬੋਲਦੇ ਹਾਂ ਮੋਲੀਕਿਊਲ। ਸਮੋਲੈਸਟ ਪਾਰਟੀਕਲ ਹੁੰਦਾ ਇਹ ਵੀ ਮੈਟਰ ਦੇ ਵਿੱਚ। ਨੈਕਸਟ ਆ ਗਿਆ ਆਪਣੇ ਕੋਲ ਕਰੈਕਟਰਿਸਟਿਕਸ ਆਫ ਮੈਟਰ ਪਾਰਟੀਕਲਸ। ਹੁਣ ਮੈਂ ਦੱਸਿਆ ਕਿ ਕੋਈ ਵੀ ਇੱਕ ਮੈਟਰ ਦੇ ਵਿੱਚ ਸਮੋਲੈਸਟ ਪਾਰਟੀਕਲਸ ਹੁੰਦੇ ਹੈ ਜਿਹਨੂੰ ਆਪਾਂ ਐਟਮ ਜਾਂ ਮੋਲੀਕਿਊਲ ਬੋਲਦੇ ਹਾਂ, which may or may not exist independently, that is atom, and which can exist independently, that is molecule। ਹੁਣ ਆਪਾਂ ਪੜ੍ਹਨਾ ਹੈ ਕਿ ਇਹ ਮੈਟਰ ਪਾਰਟੀਕਲਸ ਕਿੱਦਾਂ ਦੇ ਹੁੰਦੇ ਆ, ਵਨ ਬਾਏ ਵਨ ਆਪਾਂ ਇਹਨਾਂ ਦੀ ਸਟੱਡੀ ਕਰਦੇ ਹਾਂ। ਫਸਟ ਹੁੰਦੇ ਆ ਮੈਟਰ ਪਾਰਟੀਕਲਸ ਔਰ ਮੋਲੀਕਿਊਲਸ ਆਰ ਐਕਸਟ੍ਰੀਮਲੀ ਸਮੋਲ ਇਨ ਸਾਈਜ਼। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਮੋਲੈਸਟ ਪਾਰਟੀਕਲ ਹੁੰਦੇ ਆ, ਤਾਂ ਮੈਟਰ ਪਾਰਟੀਕਲਸ ਕੀ ਹੁੰਦੇ ਆ? ਐਕਸਟ੍ਰੀਮਲੀ, ਬਹੁਤ ਜ਼ਿਆਦਾ ਸਮੋਲ ਇਨ ਸਾਈਜ਼। ਜਿਵੇਂ ਆ ਦੇਖੋ ਮੈਟਰ ਪਾਰਟੀਕਲਸ ਹੈ, ਇਹ ਪੂਰਾ ਆਪਣੇ ਕੋਲ ਇੱਕ ਸੋਲਿਡ ਹੈ, ਮੰਨ ਲਓ ਇਹ ਆਪਣੇ ਕੋਲ ਇੱਕ ਸੋਲਿਡ ਹੈ। ਸੋਲਿਡ ਵਿੱਚ ਆਹ ਵਾਲੇ ਸਾਰੇ ਮੈਟਰ ਪਾਰਟੀਕਲਸ ਹੈ। ਦੇਖੋ ਸੋਲਿਡ ਤਾਂ ਐਡਾ ਵੱਡਾ ਹੈ, ਬਟ ਉਹਦੇ ਮੈਟਰ ਪਾਰਟੀਕਲਸ ਕੀ ਐਕਸਟ੍ਰੀਮਲੀ ਸਮੋਲ ਇਨ ਸਾਈਜ਼। ਨੈਕਸਟ ਆ ਗਿਆ ਆਪਣੇ ਕੋਲ ਮੈਟਰ ਪਾਰਟੀਕਲਸ ਹੈਵ ਸਪੇਸ ਬਿਟਵੀਨ ਦੈਮ। ਜਿਹੜੇ ਆਪਾਂ ਮੈਟਰ ਪਾਰਟੀਕਲਸ ਆ, ਦੇਖੋ ਜਿਵੇਂ ਲਿਕੁਇਡ ਦੇ ਪਾਰਟੀਕਲਸ ਹੈ, ਇਹ ਮੰਨ ਲਓ ਕੋਈ ਵੀ ਲਿਕੁਇਡ ਹੈ, ਵਾਟਰ ਹੋ ਸਕਦਾ, ਕੋਈ ਵੀ ਲਿਕੁਇਡ ਹੋ ਸਕਦਾ ਹੈ। ਉਸ ਲਿਕੁਇਡ ਪਾਰਟੀਕਲਸ ਵਿੱਚ ਕੀ ਹੁੰਦੀ ਹੈ? ਫੋਰ ਐਗਜ਼ਾਮਪਲ ਆਪਣੇ ਕੋਲ ਆਹ ਮੈਟਰ ਪਾਰਟੀਕਲਸ ਹੈ। ਮੈਟਰ ਪਾਰਟੀਕਲਸ ਦੇ ਵਿੱਚ ਨਾ ਕੁਛ ਸਪੇਸ ਹੁੰਦੀ ਹੈ, ਦੋ ਮੈਟਰ ਪਾਰਟੀਕਲਸ ਦੇ ਵਿੱਚ ਕੁਛ ਸਪੇਸ ਹੁੰਦੀ ਹੈ, ਤਾਂ ਉਹ ਸਪੇਸ ਨੂੰ ਆਪਾਂ ਬੋਲਦੇ ਹਾਂ ਇੰਟਰਮੋਲੀਕਿਊਲਰ ਸਪੇਸ। ਉਹ ਸਪੇਸ ਨੂੰ ਆਪਾਂ ਕੀ ਬੋਲਦੇ ਹਾਂ? ਇੰਟਰਮੋਲੀਕਿਊਲਰ ਸਪੇਸ। ਦ ਸਪੇਸ ਬਿਟਵੀਨ ਟੂ ਮੋਲੀਕਿਊਲਸ ਆਫ ਮੈਟਰ, ਦ ਸਪੇਸ ਬਿਟਵੀਨ ਟੂ ਮੋਲੀਕਿਊਲਸ ਆਫ ਮੈਟਰ ਇਜ਼ ਨੋਨ ਐਜ਼ ਇੰਟਰਮੋਲੀਕਿਊਲਰ ਸਪੇਸ। ਅਤੇ ਮੈਟਰ ਪਾਰਟੀਕਲਸ ਵਿੱਚ ਵੀ ਇੰਟਰਮੋਲੀਕਿਊਲਰ ਸਪੇਸ ਹੁੰਦੀ ਹੈ। ਠੀਕ ਹੈ, ਨੈਕਸਟ ਆ ਗਿਆ ਮੈਟਰ ਪਾਰਟੀਕਲਸ ਆਰ ਇਨ ਅ ਸਟੇਟ ਆਫ ਕੰਟੀਨਿਊਸ ਮੋਸ਼ਨ। ਜਿਹੜੇ ਦੇਖੋ ਆ ਮੈਟਰ ਪਾਰਟੀਕਲਸ ਹੈ, ਇਹ ਹਮੇਸ਼ਾ ਇੱਦਾਂ ਹਿਲਦੇ ਰਹਿੰਦੇ ਆ, ਕੰਟੀਨਿਊਸ ਮੋਸ਼ਨ ਵਿੱਚ ਹੁੰਦੇ ਆ। ਇਹ ਲਿਕੁਇਡਸ ਵਿੱਚ ਹੈ, ਇਹ ਲਿਕੁਇਡਸ ਵਿੱਚ ਇੱਦਾਂ ਹਿਲਦੇ ਆ, ਇੱਦਾਂ ਕੰਟੀਨਿਊਸ ਮੋਸ਼ਨ 'ਚ ਹੁੰਦੇ ਆ। ਅਤੇ ਸੋਲਿਡ ਵਿੱਚ ਦਿਖਾਉਂਦੀ ਹੈ, ਸੋਲਿਡ ਵਿੱਚ ਇੱਦਾਂ, ਮਤਲਬ ਆਪਦੀ ਪੋਜੀਸ਼ਨ 'ਤੇ ਹੀ ਹਿਲਦੇ ਰਹਿੰਦੇ ਆ। ਤਾਂ ਹਮੇਸ਼ਾ ਭਲਾ ਉਹ ਸੋਲਿਡ ਹੈ, ਭਲਾ ਉਹ ਲਿਕੁਇਡ ਹੈ, ਭਲਾ ਉਹ ਗੈਸ ਹੈ, ਸਾਰੀ ਕੀ ਹੈ ਆਪਦੀ ਜਿਹੜੇ ਪਾਰਟੀਕਲਸ ਹੁੰਦੇ ਸਮੋਲੈਸਟ ਪਾਰਟੀਕਲ, ਉਹ ਆਪਦੀ ਪੋਜੀਸ਼ਨ 'ਤੇ ਹਿਲਦੇ ਰਹਿੰਦੇ ਆ। ਠੀਕ ਹੈ, ਜਿਵੇਂ ਆਪਣੇ ਲਿਕੁਇਡਸ ਦੇ ਪਾਰਟੀਕਲ ਕੰਟੀਨਿਊਸਲੀ ਮੂਵ ਕਰ ਰਹੇ ਆ, ਮੋਸ਼ਨ ਵਿੱਚ ਹੈ। ਨੈਕਸਟ ਆ ਗਿਆ ਮੈਟਰ ਪਾਰਟੀਕਲਸ ਅਟਰੈਕਟ ਈਚ ਅਦਰ। ਦੇਖੋ ਜਿਵੇਂ ਮੰਨ ਲਓ ਮੈਟਰ ਹੈ, ਇਹਦੇ ਵਿੱਚ ਇਹਦੇ ਪਾਰਟੀਕਲਸ ਹੈ। ਮੈਟਰ ਪਾਰਟੀਕਲਸ ਨਾ ਹਮੇਸ਼ਾ ਇੱਕ ਫੋਰਸ ਨਾਲ ਕੰਬਾਈਨ ਹੁੰਦੇ ਆ, ਮਤਲਬ ਮੈਟਰ ਪਾਰਟੀਕਲਸ ਹਮੇਸ਼ਾ ਇੱਕ ਦੂਜੇ ਨੂੰ ਅਟਰੈਕਟ ਕਰਦੇ ਰਹਿੰਦੇ ਆ ਆਪਦੇ ਵੱਲ। ਤਾਂ ਜਿਹੜਾ ਇਹ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਬਿਟਵੀਨ ਟੂ ਮੈਟਰ ਪਾਰਟੀਕਲਸ, ਉਹਨੂੰ ਆਪਾਂ ਬੋਲਦੇ ਹਾਂ ਇੰਟਰਮੋਲੀਕਿਊਲਰ ਫੋਰਸ ਆਫ ਅਟਰੈਕਸ਼ਨ। ਇੰਟਰਮੋਲੀਕਿਊਲਰ ਫੋਰਸ ਆਫ ਅਟਰੈਕਸ਼ਨ, ਇਹਦਾ ਮਤਲਬ ਕੀ ਹੈ? ਦ ਫੋਰਸ ਬਿਟਵੀਨ, ਦ ਅਟਰੈਕਟਿਵ ਫੋਰਸ ਬਿਟਵੀਨ ਟੂ molecules of matter ਜਾਂ two particles of matter is known as intermolecular force of attraction। ਤੇ ਮੈਟਰ ਪਾਰਟੀਕਲਸ ਵੀ ਹਮੇਸ਼ਾ ਇੱਕ ਦੂਜੇ ਨੂੰ ਕੀ ਹੈ? ਅਟਰੈਕਟ ਕਰਦੇ ਰਹਿੰਦੇ ਆ। ਕਿਹੜੀ ਫੋਰਸ ਨਾਲ? ਇੰਟਰਮੋਲੀਕਿਊਲਰ ਫੋਰਸ ਆਫ ਅਟਰੈਕਸ਼ਨ ਨਾਲ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ all the molecules of one particular material are identical in shape size। ਕਹਿੰਦੇ ਜਿਵੇਂ ਆਪਣੇ ਕੋਲ ਕੋਈ ਵੀ ਇੱਕ ਮੈਟਰ ਹੈ, ਮੈਟਰ ਦੇ ਵਿੱਚ ਜਿਹੜੇ ਆਪਣੇ ਕੋਲ ਐਟਮਸ ਲੱਗੇ ਹੁੰਦੇ ਆ, ਮੋਲੀਕਿਊਲਸ ਲੱਗੇ ਹੁੰਦੇ ਆ, ਉਹ ਸਾਰੇ ਮੋਲੀਕਿਊਲਸ ਦਾ ਜਿਹੜੀ ਸ਼ੇਪ ਹੁੰਦੀ ਹੈ, ਸਾਈਜ਼ ਹੁੰਦੀ ਹੈ ਜਾਂ ਮਾਸ ਹੁੰਦਾ ਹੈ, ਉਹ ਸਾਰੇ ਮੋਲੀਕਿਊਲਸ ਦਾ ਸ਼ੇਪ, ਸਾਈਜ਼ ਅਤੇ ਮਾਸ ਸਾਰਾ ਕੁਛ ਸੇਮ ਹੁੰਦਾ। ਠੀਕ ਹੈ, ਤਾਂ ਇਹ ਵੀ ਆਪਣੀ 5th ਪ੍ਰੋਪਰਟੀ ਹੈ ਪਾਰਟੀਕਲਸ ਆਫ ਮੈਟਰ ਦੀ। ਤਾਂ ਆਪਾਂ ਕਿਹੜੀ ਕਿਹੜੀ ਪ੍ਰੋਪਰਟੀਜ਼ ਪੜ੍ਹੀਆਂ ਕਿ ਮੈਟਰ ਹੈਵ ਸਪੇਸ ਬਿਟਵੀਨ ਦੈਮ, ਮੈਟਰ ਪਾਰਟੀਕਲਸ always attract each other with force known as intermolecular force। ਠੀਕ ਹੈ, ਹੋਰ ਆਪਾਂ ਕੀ ਪੜ੍ਹਿਆ? ਮੈਟਰ ਪਾਰਟੀਕਲਸ ਆਰ always in random or continuous motion, ਮੈਟਰ ਪਾਰਟੀਕਲਸ ਆਰ always in continuous motion। ਠੀਕ ਹੈ, ਹੋਰ ਆਪਾਂ ਕੀ ਪੜ੍ਹਿਆ ਇਹਦੇ ਵਿੱਚ? ਸਪੇਸ ਬਿਟਵੀਨ ਦੈਮ, ਕੰਟੀਨਿਊਸ ਮੋਸ਼ਨ। ਇੱਕ ਪੜ੍ਹਿਆ ਕਿ ਜਿਹੜੇ ਮੈਟਰ ਪਾਰਟੀਕਲਸ ਹੁੰਦੇ ਆ ਉਹ ਐਕਸਟ੍ਰੀਮਲੀ ਸਮੋਲ ਸਾਈਜ਼ ਦੇ ਹੁੰਦੇ ਆ। ਹੋਰ ਆਪਾਂ ਕੀ ਪੜ੍ਹਿਆ ਕਿ ਮੈਟਰ ਪਾਰਟੀਕਲਸ ਆਰ ਐਕਸਟ੍ਰੀਮਲੀ ਸਮੋਲ ਇਨ ਸਾਈਜ਼। ਤਾਂ ਇਹ ਆਪਣੇ ਕੋਲ ਜਿਹੜੀਆਂ ਮੇਨ ਹੈਗੀਆਂ
ਕਰੈਕਟਰਿਸਟਿਕਸ ਆਫ ਮੈਟਰ ਪਾਰਟੀਕਲ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਸਟੇਟਸ ਆਫ ਮੈਟਰ। ਤਾਂ ਹੁਣ ਜਿਹੜੀ ਇੱਕ ਮੈਟਰ ਆਪਾਂ ਪੜ੍ਹ ਰਹੇ ਹਾਂ ਉਹ ਮੈਟਰ ਐਕਚੁਅਲੀ 3 ਸਟੇਟਸ ਦਾ ਹੁੰਦਾ ਹੈ। ਫਸਟ ਇਜ਼ ਸੋਲਿਡ, ਜੋ ਕਿ ਇੱਦਾਂ ਹੁੰਦਾ ਹੈ, ਮਤਲਬ ਪਾਰਟੀਕਲਸ ਇੱਦਾਂ ਅਰੇਂਜ ਹੁੰਦੇ ਆ ਸੋਲਿਡ ਵਿੱਚ। ਸੈਕਿੰਡ ਹੁੰਦਾ ਲਿਕੁਇਡ, ਜਿਹਦੇ ਪਾਰਟੀਕਲਸ ਇੱਦਾਂ ਅਰੇਂਜ ਹੁੰਦੇ ਆ, ਇੱਦਾਂ ਡਾਇਗਰਾਮ ਵਾਂਗੂ। ਥਰਡ ਹੁੰਦਾ ਆਪਣੇ ਕੋਲ ਗੈਸਿਸ, ਜਿਹਦੇ ਪਾਰਟੀਕਲਸ ਇੱਦਾਂ ਹੁੰਦੇ ਆ। ਠੀਕ ਹੈ, ਵੈਸੇ ਸਟੇਟਸ ਆਫ ਮੈਟਰ 5 ਹੁੰਦੀਆਂ। ਫੋਰਥ ਹੁੰਦੀ ਹੈ ਪਲਾਜ਼ਮਾ ਅਤੇ ਫਿਫਥ ਹੁੰਦੀ ਹੈ ਬੋਸ-ਆਇਨਸਟਾਈਨ। ਬੋਸ-ਆਇਨਸਟਾਈਨ ਇਹ ਦੋਨੋਂ ਤੁਸੀਂ 6th ਕਲਾਸ ਵਿੱਚ ਆਪਾਂ ਨਹੀਂ ਕਰਨੀਆਂ। 6th 7th 8th ਤਿੰਨੋਂ ਕਲਾਸ ਤੱਕ ਆਪਾਂ ਨਹੀਂ ਕਰਨੀਆਂ। ਆਪਾਂ ਸਿਰਫ ਸੋਲਿਡ, ਲਿਕੁਇਡ ਅਤੇ ਗੈਸਿਸ ਬਾਰੇ ਹੀ ਪੜ੍ਹਨਾ। ਠੀਕ ਹੈ, ਸੋਲਿਡ ਦੀ ਸਟਰਕਚਰ ਇੱਦਾਂ ਹੁੰਦੀ ਹੈ, ਪਾਰਟੀਕਲਸ ਬੜੇ ਮਤਲਬ ਨੇੜੇ ਨੇੜੇ ਹੁੰਦੇ ਆ। ਪਾਰਟੀਕਲਸ ਵਿੱਚ ਸਪੇਸ ਬਹੁਤ ਘੱਟ ਹੁੰਦੀ ਹੈ। ਇੰਟਰਮੋਲੀਕੂਲਰ ਸਪੇਸ ਬਿਟਵੀਨ ਦਾ ਪਾਰਟੀਕਲਸ, ਜਿਹੜੀ ਸਪੇਸ ਇਹਨਾਂ ਵਿੱਚ ਬਹੁਤ ਘੱਟ ਹੈ ਸੋਲਿਡ ਵਿੱਚ, ਬਟ ਬਹੁਤ ਨੇੜੇ ਹੋਣ ਕਰਕੇ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੈ। ਲਿਕੁਇਡ ਵਿੱਚ ਹੈਗੀ ਜਿਹੜੀ ਸਪੇਸ ਹੁੰਦੀ ਹੈ ਪਾਰਟੀਕਲਸ ਵਿੱਚ ਉਹ ਜ਼ਿਆਦਾ ਹੁੰਦੀ ਹੈ। ਸਪੇਸ ਜ਼ਿਆਦਾ ਹੋਣ ਕਰਕੇ ਫੋਰਸ ਆਫ ਅਟਰੈਕਸ਼ਨ ਘੱਟ ਹੁੰਦੀ ਹੈ। ਅਤੇ ਗੈਸਿਸ ਵਿੱਚ ਤਾਂ ਪਾਰਟੀਕਲਸ ਵੈਸੇ ਹੀ ਕਾਫੀ ਦੂਰ ਦੂਰ ਹੈ, ਕਾਫੀ ਦੂਰ ਦੂਰ ਮਤਲਬ ਇੰਟਰਮੋਲੀਕੂਲਰ ਸਪੇਸ ਜ਼ਿਆਦਾ ਹੈ ਅਤੇ ਫੋਰਸ ਆਫ ਅਟਰੈਕਸ਼ਨ ਇਹਨਾਂ ਵਿੱਚ ਘੱਟ ਹੁੰਦੀ ਹੈ। ਠੀਕ ਹੈ, ਵਨ ਬਾਏ ਆਪਾਂ ਸਾਰਾ ਕੁਝ ਰੀਡ ਕਰਾਂਗੇ ਵੀ ਕਿਵੇਂ ਹੁੰਦਾ ਇਹ ਕਰੈਕਟਰਿਸਟਿਕਸ ਸੋਲਿਡ, ਲਿਕੁਇਡ ਅਤੇ ਗੈਸ ਦੀਆਂ ਕਿਹੜੀਆਂ ਹੁੰਦੀਆਂ। ਫਸਟ ਆ ਗਿਆ ਆਪਣੇ ਕੋਲ ਅ ਸੋਲਿਡ ਹੈਵ ਡੈਫੀਨੇਟ ਸ਼ੇਪ ਐਂਡ ਡਿਸਟਿੰਕਟ ਬਾਊਂਡਰੀਜ਼। ਮੰਨ ਲਓ ਆਪਣੇ ਕੋਲ ਕੋਈ ਵੀ ਟੇਬਲ ਹੈ ਜਾਂ ਆਪਣੇ ਕੋਲ ਚੇਅਰ ਹੈ। ਟੇਬਲ ਜਾਂ ਚੇਅਰ ਇੱਕ ਕੀ ਹੈ, ਸੋਲਿਡ ਹੈ ਨਾ। ਤਾਂ ਸੋਲਿਡ ਵਿੱਚ ਡੈਫੀਨੇਟ ਸ਼ੇਪ ਹੁੰਦੀ ਹੈ ਅਤੇ ਸੋਲਿਡ ਦੀ ਇੱਕ ਡੈਫੀਨੇਟ ਬਾਊਂਡਰੀਜ਼ ਹੁੰਦੀ ਹੈ, ਮਤਲਬ ਡਿਸਟਿੰਕਟ ਬਾਊਂਡਰੀਜ਼ ਹੁੰਦੀ ਹੈ। ਪ੍ਰੋਪਰ ਆਪਾਂ ਨੂੰ ਦਿਖਦੇ ਹੁੰਦੀ ਹੈ ਕਿ ਹਾਂ ਆਹ ਵਾਲਾ ਮੈਟਰ ਆਪਣੇ ਕੋਲ, ਆਹ ਵਾਲਾ ਸੋਲਿਡ ਹੈ। ਠੀਕ ਹੈ, ਉਹਦੀਆਂ ਪ੍ਰੋਪਰ ਬਾਊਂਡਰੀਜ਼ ਹੁੰਦੀਆਂ, ਪ੍ਰੋਪਰ ਉਹਦੀ ਸ਼ੇਪ ਹੁੰਦੀ ਹੈ। ਤਾਂ ਉਹਨੂੰ ਜਿਹੜੀ ਵੀ ਚੀਜ਼ ਦੀ ਪ੍ਰੋਪਰ ਸ਼ੇਪ, ਪ੍ਰੋਪਰ ਬਾਊਂਡਰੀਜ਼ ਹੋਣਗੀਆਂ, ਉਹ ਕੀ ਹੋਊਗਾ, ਸੋਲਿਡ ਹੋਊਗਾ। ਠੀਕ ਹੈ, ਸੈਕਿੰਡ ਆ ਗਿਆ ਅ ਸੋਲਿਡ ਹੈਵ ਡੈਫੀਨੇਟ ਵੋਲੀਅਮ। ਡੈਫੀਨੇਟ ਵੋਲੀਅਮ ਕੀ, ਫੋਰ ਐਗਜ਼ਾਮਪਲ ਮੇਰੇ ਕੋਲ ਇੱਕ ਬੀਕਰ ਹੈ, ਉਹਦੇ ਵਿੱਚ ਮੈਂ ਇੰਨਾ ਕੁ ਪਾਣੀ ਭਰਿਆ ਹੋਇਆ। ਠੀਕ ਹੈ, ਉਹਦੇ ਵਿੱਚ ਮੈਂ ਮੰਨ ਲਓ 20 ਲਾਈਕ ml ਦਾ ਜਾਂ 20 ਗ੍ਰਾਮ ਦਾ ਮੰਨ ਲਓ ਕੀ ਹੈ ਇੱਕ ਸੋਲਿਡ ਪਾਇਆ, ਜਿਹਦੇ ਆਪਾਂ ਵੋਲੀਅਮ ਗੱਲ ਕਰਨੀ ਹੈ 20 ਗ੍ਰਾਮ ਹੈ, 20 ml ਦਾ ਕੋਈ ਮੈਂ ਚੀਜ਼ ਪਾਈ। ਜਿੰਨੀ ਵੀ ਮੈਂ ਲਿਕੁਇਡ 'ਚੋਂ ਸੋਲਿਡ ਪਾ ਰਹੀ ਹਾਂ ਨਾ, ਉਹ ਲਿਕੁਇਡ ਜਿਹੜਾ ਹੈਗਾ ਓਨਾ ਹੀ ਉੱਪਰ ਨੂੰ ਫਲੋ ਹੋ ਜਾਊਗਾ, ਓਨਾ ਹੀ ਕੀ ਹੈ ਲਿਕੁਇਡ ਉੱਪਰ ਨੂੰ ਫਲੋ ਹੋ ਜਾਊਗਾ। ਤਾਂ ਇਹਦਾ ਮਤਲਬ ਕੀ ਹੈ ਕਿ ਸੋਲਿਡ ਨੇ ਲਿਕੁਇਡ ਅੰਦਰ ਜਾ ਕੇ ਆਪਦੀ ਡੈਫੀਨੇਟ ਵੋਲੀਅਮ ਲਿਆ। ਠੀਕ ਹੈ, ਦੇਖੋ ਆਹ ਲਿਕੁਇਡ ਵਿੱਚ ਪਾਉਣ ਨਾਲ ਵੋਲੀਅਮ ਚੇਂਜ ਨਹੀਂ ਹੋਇਆ, ਸੇਮ ਵੋਲੀਅਮ ਰਿਹਾ। ਆਹ ਵਾਲੇ ਡਿਫਰੈਂਟ ਲਿਕੁਇਡ 'ਚ ਪਾ ਕੇ ਵੀ ਵੋਲੀਅਮ ਸੇਮ ਰਿਹਾ, ਆਹ ਡਿਫਰੈਂਟ ਲਿਕੁਇਡ 'ਚ ਪਾ ਕੇ ਵੀ ਵੋਲੀਅਮ ਸੇਮ ਰਿਹਾ। ਤਾਂ ਹਮੇਸ਼ਾ ਜਿਹੜਾ ਵੋਲੀਅਮ ਹੁੰਦਾ ਹੈ ਸੋਲਿਡ ਦਾ ਉਹ ਸੇਮ ਰਹਿੰਦਾ, ਡੈਫੀਨੇਟ ਰਹਿੰਦਾ। ਸੋਲਿਡਸ ਡੂ ਨਾਟ ਫਲੋ, ਜਿਵੇਂ ਆਪਣੇ ਕੋਲ ਚੇਅਰ ਹੈ, ਟੇਬਲ ਹੈ, ਬੁੱਕਸ ਹੈ, ਇਹ ਫਲੋ ਨਹੀਂ ਕਰ ਸਕਦੀਆਂ ਨਾ, ਤਾਂ ਸੋਲਿਡਸ ਕੀ ਹੈ, ਫਲੋ ਨਹੀਂ ਕਰ ਸਕਦੇ। ਸੋਲਿਡਸ ਫਲੋ ਕਾਹਤੋਂ ਨਹੀਂ ਕਰਦੇ, ਕਿਉਂਕਿ ਸੋਲਿਡ ਦੇ ਵਿੱਚ ਜਿਹੜੀ ਮੋਲੀਕਿਊਲਸ ਹੁੰਦੇ ਆ ਜਾਂ ਐਟਮਸ ਹੁੰਦੇ ਆ ਬਹੁਤ ਟਾਈਟਲੀ ਪੈਕਡ ਹੁੰਦੇ ਆ। ਟਾਈਟਲੀ ਪੈਕਡ ਹੋਣ ਕਰਕੇ ਉਹ ਫਲੋ, ਉਹ ਮਤਲਬ ਕਿ ਆਪਦੀਆਂ ਇਹਨੂੰ ਤੋੜ ਕੇ ਬਾਊਂਡਰੀਜ਼ ਨੂੰ ਨਹੀਂ ਅੱਗੇ ਜਾ ਸਕਦੇ, ਕਿਉਂਕਿ ਬਹੁਤ ਟਾਈਟਲੀ ਪੈਕਡ ਹੁੰਦੇ ਆ। ਨੈਕਸਟ ਆ ਗਿਆ ਸੋਲਿਡਸ ਆਰ ਰਿਜਿਡ ਐਂਡ ਕੈਨ ਨਾਟ ਬੀ ਕੰਪਰੈਸਡ। ਸੋਲਿਡ ਬਹੁਤ ਸਖਤ ਹੁੰਦੇ ਆ, ਰਿਜਿਡ ਮੀਨਸ ਸਖਤ, ਅਤੇ ਉਹਨੂੰ ਆਪਾਂ ਕੰਪਰੈਸ ਨਹੀਂ ਕਰ ਸਕਦੇ। ਜੇ ਤੁਸੀਂ ਟੇਬਲ ਨੂੰ ਫੋਰਸ ਲਾਈ ਜਾਓਗੇ ਤਾਂ ਟੇਬਲ ਚੇਂਜ ਥੋੜ੍ਹੀ ਕਰ ਲੂਗਾ ਸ਼ੇਪ ਸਾਈਜ਼ ਆਪਦਾ। ਠੀਕ ਹੈ, ਤਾਂ ਸੋਲਿਡ ਰਿਜਿਡ ਹੁੰਦੇ ਆ, ਪਲੱਸ ਉਹਨੂੰ ਆਪਾਂ ਕੰਪਰੈਸ ਨਹੀਂ ਕਰ ਸਕਦੇ। ਇਹ ਕਿਉਂ ਨਹੀਂ ਕਰ ਸਕਦੇ, ਵਾਈ, ਕਿਉਂਕਿ ਜਿਹੜੇ ਮੈਟਰ ਪਾਰਟੀਕਲਸ ਹੁੰਦੇ ਆ, ਜਿਹੜੇ ਪਾਰਟੀਕਲਸ ਹੁੰਦੇ ਆ ਸੋਲਿਡ ਵਿੱਚ, ਉਹ ਪਾਰਟੀਕਲਸ ਬਹੁਤ ਨੇੜੇ ਨੇੜੇ ਹੁੰਦੇ ਆ, ਮਤਲਬ ਇਹਨਾਂ 'ਚ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਣ ਕਰਕੇ ਆਪਾਂ ਜਿੰਨੀ ਮਰਜ਼ੀ ਉੱਪਰੋਂ ਦੀ ਫੋਰਸ ਲਾਈ ਚੱਲੀਏ ਤਾਂ ਆਪਾਂ ਇਹ ਫੋਰਸ ਆਫ ਅਟਰੈਕਸ਼ਨ ਨੂੰ ਤੋੜ ਨਹੀਂ ਸਕਦੇ। ਠੀਕ ਹੈ, ਤਾਂ ਇਸ ਕਰਕੇ ਕਹਿੰਦੇ ਕਿ ਜਿਹੜੇ ਸੋਲਿਡ ਔਰ ਰਿਜਿਡ ਹੈ ਅਤੇ ਉਹਨੂੰ ਆਪਾਂ ਕੰਪਰੈਸ ਨਹੀਂ ਕਰ ਸਕਦੇ। ਦ ਮਾਸ ਆਫ ਸੋਲਿਡ ਹੈਵ ਫਿਕਸਡ ਵੋਲੀਅਮ ਇਜ਼ ਯੂਜੂਅਲੀ ਮੋਰ ਦੈਨ ਲਿਕੁਇਡ ਐਂਡ ਗੈਸ। ਜਿਹੜਾ ਸੋਲਿਡ ਹੁੰਦਾ, ਜਿਵੇਂ ਮੰਨ ਲਓ ਮੇਰੇ ਕੋਲ ਇੱਕ ਆਇਰਨ ਨੇਲ ਆਹ ਵਾਲੀ ਆਇਰਨ ਹੈ, ਆਇਰਨ ਦਾ ਮਾਸ ਜ਼ਿਆਦਾ ਹੋਊਗਾ ਕਿ ਆਹ ਵਾਲੇ ਲਿਕੁਇਡ ਦਾ ਮਾਸ ਜ਼ਿਆਦਾ ਹੋਊਗਾ, ਤਾਂ ਓਬਵੀਅਸ ਹੈ ਆਹ ਵਾਲਾ ਮਾਸ ਕੀ ਹੈ, ਜ਼ਿਆਦਾ ਹੋਊਗਾ। ਆਇਰਨ ਦਾ ਮਾਸ ਜ਼ਿਆਦਾ ਹੋਊਗਾ ਐਜ਼ ਕੰਪੇਅਰ ਟੂ ਲਿਕੁਇਡ। ਕਿਉਂ, ਕਿਉਂਕਿ ਸੋਲਿਡ ਵਿੱਚ ਪਾਰਟੀਕਲਸ ਬਹੁਤ ਕਲੋਜ਼ਲੀ ਪੈਕਡ ਹੁੰਦੇ ਆ ਅਤੇ ਇਹਨਾਂ ਵਿੱਚ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੁੰਦੀ ਹੈ। ਠੀਕ ਹੈ, ਤਾਂ ਜਿਹੜਾ ਮਾਸ ਹੁੰਦਾ ਸੋਲਿਡਸ ਦਾ ਉਹ ਜ਼ਿਆਦਾ ਹੁੰਦਾ ਹੈ। ਮਾਸ ਜ਼ਿਆਦਾ ਹੋਣ ਦਾ ਮਤਲਬ ਕਿ ਵੋਲੀਅਮ ਵੀ ਉਹਨਾਂ ਦਾ ਫਿਕਸ ਹੁੰਦਾ ਹੈ। ਠੀਕ ਹੈ, ਵੋਲੀਅਮ ਜ਼ਿਆਦਾ ਹੁੰਦਾ ਹੈ ਸੋਲਿਡਸ ਦਾ ਐਜ਼ ਕੰਪੇਅਰ ਟੂ ਲਿਕੁਇਡ। Next we are having
ਦ ਕੌਂਸਟੀਟੂਐਂਟ ਮੋਲੀਕਿਊਲਸ ਆਫ ਸੋਲਿਡ ਆਰ ਕਲੋਜ਼ਲੀ ਪੈਕਡ। ਜਿਹੜੇ ਸੋਲਿਡ ਦੇ ਵਿੱਚ ਆ ਪਾਰਟੀਕਲਸ ਹੁੰਦੇ ਆ ਜਾਂ ਮੋਲੀਕਿਊਲਸ ਹੁੰਦੇ ਆ ਬਹੁਤ ਕਲੋਜ਼ਲੀ ਪੈਕਡ ਹੁੰਦੇ ਆ, ਠੀਕ ਹੈ, ਬਹੁਤ ਨੇੜੇ ਨੇੜੇ ਪੈਕਡ ਹੁੰਦੇ ਆ ਇੱਦਾਂ। ਤਾਂ ਇਹ ਜਿਹੜੇ ਹੁੰਦੇ ਆ ਕਲੋਜ਼ਲੀ ਪੈਕਡ ਇਹਨਾਂ ਵਿੱਚ ਸੋਲਿਡ ਵਗੈਰਾ ਕਰਕੇ ਹੁੰਦੇ ਆ ਇਹ। ਇੰਟਰਮੋਲੀਕੂਲਰ ਫੋਰਸ ਇਨ ਸੋਲਿਡ। ਹੁਣ ਦੇਖੋ ਸੋਲਿਡ ਵਿੱਚ ਪਾਰਟੀਕਲਸ ਬਹੁਤ ਨੇੜੇ ਨੇੜੇ ਪੈਕਡ ਹੋਏ ਵੇ ਆ, ਜੇ ਨੇੜੇ ਨੇੜੇ ਪੈਕ ਹੋਏ ਵੇ ਆ ਮਤਲਬ ਇੰਟਰਮੋਲੀਕੂਲਰ ਫੋਰਸ ਹੈ। ਜਿਵੇਂ ਦੇਖੋ ਇਹਦੇ ਵਿੱਚ ਪਾਰਟੀਕਲਸ ਬਹੁਤ ਨੇੜੇ ਨੇੜੇ ਪੈਕਡ ਹੈ, ਤਾਂ ਇੰਟਰਮੋਲੀਕੂਲਰ ਫੋਰਸ ਜਿਹੜੀ ਦੋ ਮਤਲਬ ਪਾਰਟੀਕਲਸ ਦੇ ਵਿੱਚ ਹੈ ਉਹ ਕਾਫੀ ਜ਼ਿਆਦਾ ਹੋਊਗੀ। ਤਾਂ ਇੰਟਰਮੋਲੀਕੂਲਰ ਫੋਰਸ ਬਿਟਵੀਨ ਦ ਸੋਲਿਡ ਪਾਰਟੀਕਲਸ ਆਰ ਐਕਸਟ੍ਰੀਮਲੀ ਲਾਰਜ ਔਰ ਸਟਰੋਂਗ। ਹੁਣ ਜਿਹੜਾ ਸੋਲਿਡ ਹੈ, ਮੰਨ ਲਓ ਮੇਰੇ ਕੋਲ ਇੱਕ ਆਈਸ ਕਿਊਬ ਹੈ, ਆਹ ਵਾਲੀ ਮੇਰੇ ਕੋਲ ਇੱਕ ਆਈਸ ਕਿਊਬ ਹੈ, ਠੀਕ ਹੈ। ਆਈਸ ਕਿਊਬ ਨੂੰ ਮੈਂ ਕੀ ਹੈ ਲਿਕੁਇਡ 'ਚ ਕਨਵਰਟ ਕਰ ਸਕਦੀ ਹਾਂ? ਯੈਸ ਓਬਵੀਅਸਲੀ ਕਰ ਸਕਦੇ ਹਾਂ। ਤਾਂ ਆਈਸ ਕਿਊਬ ਨੂੰ ਮੈਂ ਕੀ ਹੈ ਹੀਟ ਕਰਾਂ, ਹੀਟ ਕਰਨ ਤੋਂ ਬਾਅਦ ਉਹ ਆਈਸ ਕੀ ਹੈ ਵਾਟਰ ਵਿੱਚ ਕਨਵਰਟ ਹੋ ਜਾਊਗਾ, ਠੀਕ ਹੈ। ਤਾਂ ਜਦੋਂ ਆਪਾਂ ਸੋਲਿਡ ਨੂੰ, ਜਿਵੇਂ ਦੇਖੋ ਬਰਫ਼ ਨੂੰ ਮੈਂ ਹੀਟ ਦੇ ਕੇ ਬਰਫ਼ ਹੌਲੀ ਹੌਲੀ ਕੀ ਹੈ ਪਾਣੀ ਬਣਨਾ ਸ਼ੁਰੂ ਹੋ ਜਾਊਗਾ। ਤਾਂ ਸੋਲਿਡ ਨੂੰ ਆਪਾਂ ਕੀ ਹੈ ਲਿਕੁਇਡ ਵਿੱਚ ਟਰਾਂਸਫਰ ਕਰ ਸਕਦੇ ਹੁੰਦੇ ਹਾਂ ਉਹਨੂੰ ਹੀਟ ਕਰਨ 'ਤੇ। ਤਾਂ ਉਹ ਟੈਂਪਰੇਚਰ ਜਿੱਥੇ ਆਪਾਂ ਸੋਲਿਡ ਕਨਵਰਟ ਕਰਦੇ ਹਾਂ ਲਿਕੁਇਡ ਵਿੱਚ ਉਹਨੂੰ ਆਪਾਂ ਬੋਲਦੇ ਹਾਂ ਮੈਲਟਿੰਗ ਪੁਆਇੰਟ, ਠੀਕ ਹੈ। ਮੈਲਟਿੰਗ ਕੀ ਹੁੰਦਾ ਹੈ? ਮੈਲਟਿੰਗ ਹੁੰਦਾ ਕਿ ਜਿਹਦੇ ਵਿੱਚ ਆਪਾਂ ਸੋਲਿਡ ਸਟੇਟ ਨੂੰ, ਮੈਲਟਿੰਗ ਮੀਨਸ ਜਿੰਨੇ ਆਪਾਂ ਸੋਲਿਡ ਸਟੇਟ ਨੂੰ ਲਿਕੁਇਡ ਵਿੱਚ ਕਨਵਰਟ ਕਰਦੇ ਹਾਂ। ਦ ਕਨਵਰਜਨ ਆਫ ਸੋਲਿਡ ਸਟੇਟ ਆਫ ਮੈਟਰ ਇਨਟੂ ਲਿਕੁਇਡ ਸਟੇਟ ਇਜ਼ ਨੋਨ ਐਜ਼ ਮੈਲਟਿੰਗ ਐਂਡ ਦ ਟੈਂਪਰੇਚਰ ਐਟ ਵਿਚ ਸੋਲਿਡ ਕਨਵਰਟਸ ਇਨਟੂ ਲਿਕੁਇਡ, ਉਹ ਟੈਂਪਰੇਚਰ ਆਪਾਂ ਜਿੰਨਾ ਦੇ ਰਹੇ ਹਾਂ ਉਹਨੂੰ ਬੋਲਦੇ ਹਾਂ ਆਪਾਂ ਮੈਲਟਿੰਗ ਪੁਆਇੰਟ, ਠੀਕ ਹੈ। ਮੈਲਟਿੰਗ ਕੀ ਹੁੰਦਾ ਕਿ ਜਦੋਂ ਸੋਲਿਡ ਨੂੰ ਆਪਾਂ ਹੀਟ ਕਰਨ ਤੋਂ ਬਾਅਦ ਲਿਕੁਇਡ ਵਿੱਚ ਕਨਵਰਟ ਕਰ ਦਿੰਦੇ ਹਾਂ ਤਾਂ ਉਹਨੂੰ ਆਪਾਂ ਬੋਲਦੇ ਹਾਂ ਮੈਲਟਿੰਗ। ਅਤੇ ਕਿੰਨੇ ਟੈਂਪਰੇਚਰ 'ਤੇ ਉਹ ਮੈਲਟ ਹੋ ਰਿਹਾ ਉਹ ਟੈਂਪਰੇਚਰ ਨੂੰ ਆਪਾਂ ਬੋਲਦੇ ਹਾਂ ਮੈਲਟਿੰਗ ਪੁਆਇੰਟ। ਨੈਕਸਟ ਆ ਗਿਆ ਆਪਣੇ ਕੋਲ ਕਰੈਕਟਰਿਸਟਿਕਸ ਆਫ ਲਿਕੁਇਡ। ਲਿਕੁਇਡ ਦਾ ਕੀ ਹੈ, ਲਿਕੁਇਡ ਦੀ ਜਿਹੜੀ ਵੋਲੀਅਮ ਹੁੰਦੀ ਹੈ ਉਹ ਤਾਂ ਸੇਮ ਰਹਿੰਦੀ ਹੈ ਕਿ ਜੇ ਮੰਨ ਲਓ ਮੈਂ ਇਹਦੇ ਵਿੱਚ 50 ml ਵਾਟਰ ਪਾਇਆ ਤਾਂ ਕਿਸੇ ਹੋਰ ਬੀਕਰ 'ਚ ਪਾਉਣ 'ਤੇ ਵੀ ਉਹ 50 ml ਹੀ ਰਹੂਗਾ। ਉਹ ਇੱਦਾਂ ਨਹੀਂ ਕਿ ਉਹ ਬੀਕਰ ਮਤਲਬ ਚੇਂਜ ਹੋਣ 'ਤੇ, ਸ਼ੇਪ ਚੇਂਜ ਹੋਣ 'ਤੇ ਉਹਦਾ ਵੋਲੀਅਮ ਵੀ ਚੇਂਜ ਹੋ ਜਾਊ, ਇੱਦਾਂ ਨਹੀਂ ਹੁੰਦਾ। ਬਟ ਨੋ ਸ਼ੇਪ ਆਫ ਇਟਸ ਓਨ। ਦੇਖੋ ਇਹਦੇ ਵਿੱਚ ਤਾਂ ਲਿਕੁਇਡ ਨੇ ਆਹ ਵਾਲੀ ਸ਼ੇਪ ਲਈ ਹੋਈ ਸੀਗੀ, ਜਦੋਂ ਆਪਾਂ ਸੈਕਿੰਡ ਬੀਕਰ ਵਿੱਚ ਪਾਇਆ ਉਹਨੇ ਆਪਦੀ ਸ਼ੇਪ ਉੱਦਾਂ ਦੀ ਲੈ ਲਈ। ਤਾਂ ਲਿਕੁਇਡ ਦਾ ਡੈਫੀਨੇਟ ਵੋਲੀਅਮ ਤਾਂ ਹੁੰਦਾ, ਸੇਮ ਵੋਲੀਅਮ ਹੁੰਦਾ, ਬਟ ਉਹਦੀ ਸ਼ੇਪ ਕੀ ਹੈ ਸੇਮ ਨਹੀਂ ਰਹਿੰਦੀ, ਠੀਕ ਹੈ। ਲਿਕੁਇਡਸ ਕੈਨ ਫਲੋ, ਇਹ ਤਾਂ ਆਪਾਂ ਨੂੰ ਪਤਾ ਹੀ ਹੈ। ਲਿਕੁਇਡਸ ਫਲੋ ਕਿਵੇਂ ਕਰ ਲੈਂਦੇ ਆ? ਕਿਉਂਕਿ ਲਿਕੁਇਡਸ ਜਿਹੜੇ ਪਾਰਟੀਕਲਸ ਹੁੰਦੇ ਆ ਉਹਨਾਂ ਵਿੱਚ ਵੀਕ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ। ਲਿਕੁਇਡ ਪਾਰਟੀਕਲਸ ਦੇ ਵਿੱਚ ਵੀਕ ਫੋਰਸ ਆਫ ਅਟਰੈਕਸ਼ਨ ਹੋਣ ਕਰਕੇ ਉਹ ਈਜ਼ੀਲੀ ਕੀ ਹੈ ਫਲੋ ਕਰ ਜਾਂਦੇ ਆ, ਠੀਕ ਹੈ। ਨੈਕਸਟ ਆ ਗਿਆ ਲਿਕੁਇਡਸ ਕੈਨ ਨਾਟ ਕੰਪਰੈਸਡ ਈਜ਼ੀਲੀ। ਦੇਖੋ ਲਿਕੁਇਡਸ ਦੇ ਵਿੱਚ ਥੋੜ੍ਹੀ ਜਿਹੜੀ ਸਪੇਸ ਹੁੰਦੀ ਹੈ, ਕੁਛ ਕੁ ਸਪੇਸ ਹੁੰਦੀ ਹੈ ਲਿਕੁਇਡ ਵਿੱਚ, ਪਰ ਉਹ ਇੰਨੇ ਵੀ ਈਜ਼ੀਲੀ ਕੰਪਰੈਸ ਨਹੀਂ ਹੋ ਜਾਂਦੇ। ਮਤਲਬ ਆਪਾਂ ਨੂੰ ਪ੍ਰੈਸ਼ਰ ਲਾਉਣਾ ਪੈਂਦਾ, ਇੱਧਰੋਂ ਆਪਾਂ ਨੂੰ ਪ੍ਰੈਸ਼ਰ ਲਾਉਣਾ ਪੈਂਦਾ ਤਾਂ ਜੋ ਕਿ ਉਹ ਈਜ਼ੀਲੀ ਕੰਪਰੈਸ ਹੋ ਜਾਣ। ਹਾਂ ਮਤਲਬ ਕਿਸੇ ਐਕਸਟੈਂਟ ਦੇ ਕੰਪਰੈਸ ਹੋ ਜਾਂਦੇ ਆ, ਪਰ ਆਪਾਂ ਇੱਦਾਂ ਨਹੀਂ ਕਹਾਂਗੇ ਕਿ ਬਹੁਤ ਈਜ਼ੀਲੀ ਕੰਪਰੈਸ ਹੋ ਜਾਂਦੇ ਆ। ਈਜ਼ੀਲੀ ਨਹੀਂ ਕੰਪਰੈਸ ਹੁੰਦੇ ਗੇ, ਥੋੜ੍ਹਾ ਪ੍ਰੈਸ਼ਰ ਲਾਉਣਾ ਪੈਂਦਾ ਜ਼ਿਆਦਾ ਫਿਰ ਕੰਪਰੈਸ ਹੁੰਦੇ ਆ। ਨੈਕਸਟ ਆ ਗਿਆ ਲਿਕੁਇਡਸ ਆਰ ਡੈਂਸ। ਡੈਂਸ ਮਤਲਬ ਹੁੰਦਾ ਹੈ ਕਿ ਲਿਕੁਇਡ ਜੇ ਆਪਾਂ ਲਈਏ, ਮੰਨ ਲਓ ਮੈਂ ਇਹਨਾਂ 2 ml ਪਾਣੀ ਲਿਆ ਤਾਂ 2 ml ਪਾਣੀ ਦੇ ਵਿੱਚ ਮੋਲੀਕਿਊਲਸ ਹੁੰਦੇ ਆ, ਮਤਲਬ ਜ਼ਿਆਦਾ ਮੋਲੀਕਿਊਲਸ ਹੁੰਦੇ ਆ, ਤਾਂ ਇਸ ਕਰਕੇ ਲਿਕੁਇਡ ਇੱਕ ਡੈਂਸ ਹੁੰਦਾ। ਡੈਂਸ ਮਤਲਬ ਹੁੰਦਾ ਹੈ ਕਿ ਕਿੰਨਾ ਮਾਸ, ਕਿੰਨੇ ਮੈਟਰ ਪਾਰਟੀਕਲਸ ਕਿੰਨੇ ਵੋਲੀਅਮ 'ਚ ਹੈ। ਦੇਖੋ ਇਸ ਵੋਲੀਅਮ 'ਚ ਕਿੰਨੇ ਮੈਟਰ ਪਾਰਟੀਕਲਸ ਹੈ ਨਾ, ਜਿੰਨੇ ਮੈਟਰ ਪਾਰਟੀਕਲਸ ਜ਼ਿਆਦਾ ਹੋਣਗੇ ਓਨੀ ਡੈਂਸਿਟੀ ਜ਼ਿਆਦਾ ਹੋਊਗੀ, ਠੀਕ ਹੈ, ਓਨੀ ਡੈਂਸਿਟੀ ਜ਼ਿਆਦਾ ਹੋਊਗੀ। ਸੋਲਿਡ ਦੀ ਡੈਂਸਿਟੀ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਸੋਲਿਡ ਵਿੱਚ ਜਿਹੜੇ ਪਾਰਟੀਕਲਸ ਆ ਬਹੁਤ ਜ਼ਿਆਦਾ ਹੁੰਦੇ ਆ। ਲਿਕੁਇਡਸ ਵੀ ਡੈਂਸ ਹੁੰਦੇ ਆ, ਲਿਕੁਇਡਸ ਵਿੱਚ ਵੀ ਪਾਰਟੀਕਲਸ ਹੁੰਦੇ ਆ, ਬਟ ਗੈਸੀਅਸ ਜਿਹੜੇ ਹੁੰਦੇ ਉਹ ਘੱਟ ਡੈਂਸ ਹੁੰਦੇ ਆ ਕਿਉਂਕਿ ਉਹਦੇ ਪਾਰਟੀਕਲਸ ਬਹੁਤ ਘੱਟ ਹੁੰਦੇ ਆ ਪਰ ਯੂਨਿਟ ਵੋਲੀਅਮ 'ਚ। ਨੈਕਸਟ ਆ ਗਿਆ ਦਾ ਕੌਨਸਟੀਟੂਐਂਟ ਮੋਲੀਕਿਊਲਸ ਇਨ ਅ ਲਿਕੁਇਡ ਆਰ ਲੈਸ ਕਲੋਜ਼ਲੀ ਪੈਕਡ। ਜਿਹੜੇ ਲਿਕੁਇਡਸ ਹੁੰਦੇ ਆ ਉਹਨਾਂ ਵਿੱਚ ਜਿਹੜੇ ਪਾਰਟੀਕਲਸ ਹੁੰਦੇ ਆ ਉਹ ਲੈਸ ਕਲੋਜ਼ਲੀ ਪੈਕਡ ਹੁੰਦੇ ਆ। ਜਿਵੇਂ ਸੋਲਿਡ ਵਿੱਚ ਤਾਂ ਪਾਰਟੀਕਲਸ ਬਹੁਤ ਨੇੜੇ ਨੇੜੇ ਕਲੋਜ਼ਲੀ ਪੈਕਡ ਸੀ ਨਾ, ਬਟ ਲਿਕੁਇਡ ਵਿੱਚ ਥੋੜ੍ਹੀ ਕੁ ਸਪੇਸ ਹੁੰਦੀ ਹੈ ਮੋਲੀਕਿਊਲਸ ਦੇ ਵਿੱਚ, ਤਾਂ ਇੰਟਰਮੋਲੀਕੂਲਰ ਸਪੇਸ ਲਿਕੁਇਡਸ ਵਿੱਚ ਹੁੰਦੀ ਹੈ, ਮਤਲਬ ਮੋਰ ਐਜ਼ ਕੰਪੇਅਰ ਟੂ ਸੋਲਿਡ, ਠੀਕ ਹੈ। ਨੈਕਸਟ ਆ ਗਿਆ ਇੰਟਰਮੋਲੀਕੂਲਰ ਫੋਰਸ ਇਨ ਲਿਕੁਇਡ ਇਜ਼ ਲੈਸ ਸਟਰੋਂਗ। ਦੇਖੋ ਸੋਲਿਡ ਵਿੱਚ ਤਾਂ ਪਾਰਟੀਕਲਸ ਬਹੁਤ ਨੇੜੇ ਨੇੜੇ ਸੀਗੇ ਤਾਂ ਇੰਟਰਮੋਲੀਕੂਲਰ ਫੋਰਸ ਬਹੁਤ ਜ਼ਿਆਦਾ ਸੀਗੀ, ਬਟ ਲਿਕੁਇਡ ਵਿੱਚ ਪਾਰਟੀਕਲਸ ਕੀ ਹੈ ਦੂਰ ਦੂਰ ਹੋਣ ਕਰਕੇ ਇੰਟਰਮੋਲੀਕੂਲਰ ਫੋਰਸ ਕੀ ਹੈ ਘੱਟ ਹੁੰਦੀ ਹੈ, ਠੀਕ ਹੈ, ਫੋਰਸ ਵੀ ਇਹਨਾਂ ਵਿੱਚ ਘੱਟ ਹੁੰਦੀ ਹੈ।
ਨੈਕਸਟ ਆ ਗਿਆ ਆਪਣੇ ਕੋਲ ਅ ਲਿਕੁਇਡ ਮੇ ਬੀ ਟਰਾਂਸਫਾਰਮਡ ਇਨਟੂ ਗੈਸੀਅਸ ਸਟੇਟ। ਮੰਨ ਲਓ ਮੇਰੇ ਕੋਲ ਇੱਕ ਬੀਕਰ 'ਚ ਲਿਕੁਇਡ ਹੈ, ਉਹ ਲਿਕੁਇਡ ਦੀ ਉਹ ਪਾਣੀ ਦੀ ਮੈਂ ਵੇਪਰ ਬਣਾ ਸਕਦੀ ਹਾਂ। ਯੈਸ ਡੈਫੀਨੇਟਲੀ ਉਹ ਪਾਣੀ ਨੂੰ ਮੈਂ ਕੀ ਕਰਾਂ, ਹੀਟ ਕਰਾਂ। ਠੀਕ ਹੈ, ਤਾਂ ਹੀਟਿੰਗ ਕੀ ਹੋ ਗਿਆ ਜਾਂ ਬੋਇਲਿੰਗ ਕੀ ਹੋ ਗਿਆ। ਬੋਇਲਿੰਗ ਇਜ਼ ਦਾ ਪ੍ਰੋਸੈਸ, ਬੋਇਲਿੰਗ ਇੱਕ ਉਹ ਪ੍ਰੋਸੈਸ ਹੈ ਜਿਹਦੇ ਵਿੱਚ ਲਿਕੁਇਡ ਸਟੇਟ ਆਫ ਮੈਟਰ ਕਨਵਰਟਸ ਇਨਟੂ ਗੈਸੀਅਸ ਸਟੇਟ ਆਫ ਮੈਟਰ। gaseous state of matter. Boiling is the process in which liquid state of matter converts into gaseous state of matter। ਤਾਂ ਉਹਨੂੰ ਆਪਾਂ ਬੋਲਦੇ ਹਾਂ boiling। ਠੀਕ ਹੈ, ਤੇ ਕਿੰਨੇ ਟੈਂਪਰੇਚਰ ਤੇ ਜਿਹੜਾ ਲਿਕੁਇਡ ਹੈ ਉਹ ਵੇਪਰ 'ਚ ਕਨਵਰਟ ਹੋ ਰਿਹਾ, ਉਹ ਟੈਂਪਰੇਚਰ ਨੂੰ ਆਪਾਂ ਬੋਲਦੇ ਹਾਂ boiling point। ਸਮਝ ਆ ਕੇ boiling point? boiling point is the temperature at which liquid converts into gaseous state। ਦੇਖੋ ਇਹਦੇ ਵਿੱਚ ਮੈਂ ਇੱਕ ਪੈਨ ਵਿੱਚ ਪਾਣੀ ਲੈ ਕੇ ਉਹਨੂੰ ਗਰਮ ਕਰ ਰਹੀ ਹਾਂ, ਤਾਂ ਗਰਮ ਕਰਨ ਤੋਂ ਉਹਦੇ ਵੇਪਰ ਬਣ ਰਹੇ ਆ ਨਾ, ਤਾਂ ਉਹ ਟੈਂਪਰੇਚਰ ਜਿੱਥੇ ਜਾ ਕੇ ਇਹ ਗਰਮ ਹੋ ਕੇ ਉਬਲਣਾ ਸ਼ੁਰੂ ਹੋ ਗਿਆ ਉਹਨੂੰ ਆਪਾਂ ਬੋਲਦੇ ਹਾਂ ਬੋਇਲਿੰਗ ਪੁਆਇੰਟ। ਠੀਕ ਹੈ, ਤੇ ਵਾਟਰ ਨੂੰ ਜਦੋਂ ਆਪਾਂ ਬੋਇਲ ਕਰਦੇ ਹਾਂ, ਵਾਟਰ ਨੂੰ ਜਦੋਂ ਆਪਾਂ ਬੋਇਲ ਕਰਦੇ ਹਾਂ ਮਤਲਬ ਉਹ ਜਦੋਂ ਲਿਕੁਇਡ ਟੂ ਗੈਸੀਅਸ ਸਟੇਟ ਵਿੱਚ ਕਨਵਰਟ ਹੁੰਦਾ ਹੈ ਤਾਂ ਉਹ 100 ਡਿਗਰੀ ਸੈਲਸੀਅਸ ਬੋਇਲਿੰਗ ਪੁਆਇੰਟ 'ਤੇ ਕਨਵਰਟ ਹੁੰਦਾ। ਠੀਕ ਹੈ, ਤਾਂ ਵਾਟਰ ਦਾ ਬੋਇਲਿੰਗ ਪੁਆਇੰਟ ਕਿੰਨਾ ਹੈ, 100 ਡਿਗਰੀ ਸੈਲਸੀਅਸ। ਨੈਕਸਟ ਆ ਗਿਆ ਆਪਣੇ ਕੋਲ ਅ ਲਿਕੁਇਡ ਮੇ ਬੀ ਟਰਾਂਸਫਾਰਮਡ ਇਨਟੂ ਸੋਲਿਡ ਸਟੇਟ। ਮੇਰੇ ਕੋਲ ਇੱਕ ਲਿਕੁਇਡ ਹੈ, ਮੰਨ ਲਓ ਮੇਰੇ ਕੋਲ ਗਲਾਸ 'ਚ ਪਾਣੀ ਹੈ, ਉਹ ਪਾਣੀ ਨੂੰ ਮੈਂ ਸੋਲਿਡ ਸਟੇਟ ਵਿੱਚ ਕਨਵਰਟ ਕਰ ਸਕਦੀ ਹਾਂ। ਲਿਕੁਇਡ ਨੂੰ ਮੈਂ ਕੀ ਕਰਨਾ ਹੈ, ਸੋਲਿਡ ਵਿੱਚ ਕਨਵਰਟ ਕਰਨਾ ਹੈ। ਤਾਂ ਸੋਲਿਡ ਵਿੱਚ ਕਿਵੇਂ ਕਨਵਰਟ ਕਰੂੰਗੀ, ਉਹਨੂੰ ਫਰੀਜ਼ ਕਰਕੇ। ਪਾਣੀ ਨੂੰ ਫਰੀਜ਼ਰ 'ਚ ਰੱਖ ਦਿਓ, ਫਰੀਜ਼ ਕਰ ਦਿਓ, ਫਰੀਜ਼ ਕਰਨ 'ਤੇ ਕੀ ਹੋਊ, ਜਿਹੜਾ ਲਿਕੁਇਡ ਆ ਉਹ ਸੋਲਿਡ ਵਿੱਚ ਕਨਵਰਟ ਹੋ ਜਾਊ। ਤਾਂ ਵਾਟ ਡੂ ਯੂ ਮੀਨ ਬਾਈ ਫਰੀਜ਼ਿੰਗ? ਫਰੀਜ਼ਿੰਗ ਮੀਨਸ ਵੈਨ ਲਿਕੁਇਡ state of matter converts into solid state of matter by cooling it। ਉਹਨੂੰ ਕੂਲ ਕਰਨਾ ਪੈਣਾ, ਤਾਂ ਉਹਨੂੰ ਆਪਾਂ ਬੋਲਦੇ ਹਾਂ ਫਰੀਜ਼ਿੰਗ, ਉਹਨੂੰ ਬੋਲਦੇ ਆਪਾਂ ਫਰੀਜ਼ਿੰਗ। ਅਤੇ ਜਿਹੜੇ ਟੈਂਪਰੇਚਰ 'ਤੇ ਲਿਕੁਇਡ ਸੋਲਿਡ ਬਣ ਜਾਂਦਾ ਉਹ ਟੈਂਪਰੇਚਰ ਨੂੰ ਬੋਲਦੇ ਹਾਂ ਆਪਾਂ ਫਰੀਜ਼ਿੰਗ ਪੁਆਇੰਟ। ਅਤੇ ਵਾਟਰ ਦਾ ਫਰੀਜ਼ਿੰਗ ਪੁਆਇੰਟ ਹੁੰਦਾ 0 ਡਿਗਰੀ ਸੈਲਸੀਅਸ, ਮਤਲਬ ਵਾਟਰ 0 ਡਿਗਰੀ ਸੈਲਸੀਅਸ 'ਤੇ ਸੋਲਿਡ ਵਿੱਚ ਕਨਵਰਟ ਹੋ ਜਾਂਦਾ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਕਰੈਕਟਰਿਸਟਿਕਸ ਆਫ ਗੈਸਿਸ। ਗੈਸਿਸ ਕੀ ਹੈ, ਗੈਸਿਸ ਦੀ ਨਾ ਹੀ ਤਾਂ ਕੋਈ ਡੈਫੀਨੇਟ ਵੋਲੀਅਮ ਹੈ, ਨਾ ਹੀ ਤਾਂ ਕੋਈ ਪ੍ਰੋਪਰ ਉਹਦਾ ਵੋਲੀਅਮ ਹੈ। ਵੀ ਇੱਦਾਂ ਨਹੀਂ ਜੇ ਮੈਂ ਆਹ ਬੋਟਲ 'ਚ ਪਾਤਾ, ਮੰਨ ਲਓ 20 ml ਮੈਂ ਗੈਸ ਪਾਈ ਇਹਦੇ ਵਿੱਚ, ਤਾਂ ਦੂਸਰੇ ਬੀਕਰ 'ਚੋਂ 20 ml ਹੀ ਜਾਊਗੀ, ਇੱਦਾਂ ਨਹੀਂ ਹੁੰਦਾ, ਉਹ ਚੇਂਜ ਹੋ ਜਾਂਦਾ ਹੁੰਦਾ ਵੋਲੀਅਮ। ਨਾ ਹੀ ਤਾਂ ਗੈਸਿਸ ਦਾ ਡੈਫੀਨੇਟ ਵੋਲੀਅਮ ਹੈ ਅਤੇ ਨਾ ਹੀ ਉਹਨਾਂ ਡੈਫੀਨੇਟ ਸ਼ੇਪ ਹੁੰਦੀ ਹੈ। ਠੀਕ ਹੈ, ਜਿਵੇਂ ਗੈਸਿਸ ਦੇ ਪਾਰਟੀਕਲਸ ਦੇ ਪਰਫਿਊਮ 'ਚ ਆ ਰਹੇ, ਇਹਦਾ ਨਾ ਹੀ ਡੈਫੀਨੇਟ ਵੋਲੀਅਮ ਹੈ, ਨਾ ਹੀ ਡੈਫੀਨੇਟ ਸ਼ੇਪ ਹੈ। ਨੈਕਸਟ ਆ ਗਿਆ ਆਪਣੇ ਕੋਲ ਗੈਸਿਸ ਕੈਨ ਫਲੋ। ਓਬਵੀਅਸ ਹੈ ਗੈਸਿਸ ਵਿੱਚ ਜਿਹੜੇ ਹੁੰਦੇ ਆ ਬਹੁਤ ਸਾਰਾ ਇੰਟਰਮੋਲੀਕੂਲਰ ਸਪੇਸ ਅਤੇ ਫੋਰਸ ਆਫ ਅਟਰੈਕਸ਼ਨ ਬਹੁਤ ਸਾਰੀ ਘੱਟ ਹੁੰਦੀ ਹੈ, ਕਿਉਂਕਿ ਪਾਰਟੀਕਲਸ ਬਹੁਤ ਦੂਰ ਦੂਰ ਹੁੰਦੇ ਆ, ਤਾਂ ਗੈਸਿਸ ਕੈਨ ਫਲੋ ਈਜ਼ੀਲੀ, ਆਰਾਮ ਨਾਲ ਕੀ ਉਹ ਇੱਕ ਪਲੇਸ ਤੋਂ ਦੂਜੀ ਪਲੇਸ ਕੀ ਹੈ ਫਲੋ ਕਰ ਜਾਂਦੇ ਆ। ਗੈਸਿਸ ਆਰ ਨਾਨ ਰਿਜਿਡ ਐਂਡ ਕੈਨ ਕੰਪਰੈਸਡ ਈਜ਼ੀਲੀ। ਗੈਸਿਸ ਇਹਨੇ ਸਖਤ ਨਹੀਂ ਹੁੰਦੇ, ਨਾਨ ਰਿਜਿਡ ਮੀਨਸ ਸਖਤ, ਨਾਨ ਮਤਲਬ ਨਹੀਂ ਹੁੰਦੇ। ਗੈਸਿਸ ਇੰਨੀਆਂ ਸਖਤ ਨਹੀਂ ਹੁੰਦੀਆਂ, ਨਾਨ ਰਿਜਿਡ ਹੁੰਦੀਆਂ, ਅਤੇ ਗੈਸਿਸ ਨੂੰ ਆਪਾਂ ਕੰਪਰੈਸ ਈਜ਼ੀਲੀ ਕਰ ਸਕਦੇ ਹਾਂ। ਇਹਨੂੰ ਮਤਲਬ ਪ੍ਰੈਸ਼ਰ ਦੇਣ 'ਤੇ ਗੈਸਿਸ ਆਰਾਮ ਨਾਲ ਕੰਪਰੈਸ ਹੋ ਜਾਂਦੀ ਹੈ। ਠੀਕ ਹੈ, ਨੈਕਸਟ ਹੈ ਦ ਕੌਨਸਟੀਟੂਐਂਟ ਮੋਲੀਕਿਊਲਸ ਆਫ ਗੈਸਿਸ ਆਰ ਲੀਸਟ ਪੈਕਡ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਮੋਲੀਕਿਊਲਸ ਹੁੰਦੇ ਆ ਗੈਸਿਸ ਦੇ ਉਹ ਬਹੁਤ ਲੂਜ਼ਲੀ ਪੈਕਡ ਹੁੰਦੇ ਆ, ਬਹੁਤ ਦੂਰ ਦੂਰ ਹੁੰਦੇ ਆ ਦੇ ਪਾਰਟੀਕਲਸ। ਦੂਰ ਦੂਰ ਹੋਣ ਕਰਕੇ ਇਹਦੀ ਇੰਟਰਮੋਲੀਕੂਲਰ ਸਪੇਸ ਬਹੁਤ ਜ਼ਿਆਦਾ ਹੁੰਦੀ ਹੈ, ਪਾਰਟੀਕਲਸ ਦੀ ਇੰਟਰਮੋਲੀਕੂਲਰ ਸਪੇਸ ਬਹੁਤ ਜ਼ਿਆਦਾ ਹੈ, ਅਤੇ ਫੋਰਸ ਆਫ ਅਟਰੈਕਸ਼ਨ ਬਹੁਤ ਘੱਟ ਹੁੰਦੀ ਹੈ। ਠੀਕ ਹੈ, ਗੈਸਿਸ ਆਰ ਮਚ ਲਾਈਟਰ ਦੈਨ ਸੋਲਿਡ ਐਂਡ ਲਿਕੁਇਡਸ। ਇਹ ਤਾਂ ਆਪਾਂ ਨੂੰ ਪਤਾ ਹੀ ਕਿ ਜੇ ਮੰਨ ਲਓ ਮੇਰੇ ਕੋਲ ਇੱਕ ਟੇਬਲ ਹੈ, ਇੱਥੇ ਮੇਰੇ ਕੋਲ ਇੱਕ ਪਾਣੀ ਹੈ, ਅਤੇ ਇੱਥੇ ਮੇਰੇ ਕੋਲ ਕੁਛ ਗੈਸ ਦੇ ਪਾਰਟੀਕਲਸ ਹੈ, ਤਾਂ ਸੋਲਿਡ ਸਭ ਤੋਂ ਵੱਧ ਭਾਰਾ ਹੋਊਗਾ, ਲਿਕੁਇਡ ਉਸ ਤੋਂ ਵੱਧ, ਅਤੇ ਗੈਸਿਸ ਸਭ ਤੋਂ ਘੱਟ ਭਾਰੀਆਂ ਹੋਣਗੀਆਂ, ਬਹੁਤ ਲਾਈਟਰ ਹੋਣਗੀਆਂ। ਜਿਵੇਂ ਬਲੂਨਸ ਵਿੱਚ ਗੈਸ ਫਿਲ ਹੈ, ਇਹ ਆਰਾਮ ਨਾਲ ਉੱਪਰ ਉੱਡ ਰਹੀ ਹੈ। ਠੀਕ ਹੈ, ਜਿਵੇਂ ਆਹ ਚੇਅਰ ਦਾ ਮਾਸ ਜ਼ਿਆਦਾ ਹੋਊਗਾ, ਉਸ ਤੋਂ ਘੱਟ ਲਿਕੁਇਡ ਦਾ, ਸਭ ਤੋਂ ਘੱਟ ਗੈਸਿਸ ਦਾ। ਦਾ ਇੰਟਰਮੋਲੀਕੂਲਰ ਫੋਰਸਿਸ, ਹੁਣ ਤੁਸੀਂ ਆਪ ਹੀ ਦੱਸੋ ਕਿ ਮੋਲੀਕਿਊਲਸ ਕਾਫੀ ਦੂਰ ਦੂਰ ਹੈ, ਤਾਂ ਇੰਟਰਮੋਲੀਕੂਲਰ ਫੋਰਸ ਕੀ ਹੋਣਗੀਆਂ, ਬਹੁਤ ਘੱਟ। ਹੁਣ ਇਹ ਲਰਨ ਕਿਵੇਂ ਰੱਖਣਾ, ਦੇਖੋ ਫੋਰ ਐਗਜ਼ਾਮਪਲ ਕਲਾਸ ਹੈ, ਇੱਕ ਕਲਾਸ ਵਿੱਚ ਇੱਕ ਟੀਚਰ ਪੜ੍ਹਾ ਰਹੇ ਹੈ। ਠੀਕ ਹੈ, ਜਿਹੜਾ ਬੱਚਾ ਤਾਂ ਇੱਥੇ ਫਸਟ ਬੈਂਚ 'ਤੇ ਬੈਠਾ ਹੈ, ਠੀਕ ਹੈ, ਉਹਦੇ ਵਿੱਚ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ, ਮਤਲਬ ਉਹ ਧਿਆਨ ਨਾਲ ਬੱਚਾ ਸੁਣ ਰਿਹਾ ਮੈਮ ਨੂੰ। ਜੇ ਪਾਰਟੀਕਲਸ ਬਹੁਤ ਨੇੜੇ ਨੇੜੇ ਹੈ
ਤਾਂ ਉਹਦੇ ਵਿੱਚ ਇੰਟਰਮੋਲੀਕੂਲਰ ਫੋਰਸ ਆਫ ਅਟਰੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਬਟ ਜਿਵੇਂ ਗੈਸਿਸ ਉਹਦੇ ਪਾਰਟੀਕਲਸ ਦੂਰ ਦੂਰ ਹੈ, ਆ ਬੈਠਾ ਗੈਸ ਵਾਲਾ ਪਾਰਟੀਕਲ, ਠੀਕ ਹੈ। ਹੁਣ ਗੈਸ ਵਾਲੇ ਪਾਰਟੀਕਲ 'ਚ ਸਪੇਸ ਬਹੁਤ ਵੱਧ ਗਈ ਟੀਚਰ ਨਾਲੋਂ, ਅਤੇ ਫੋਰਸ ਆਫ ਅਟਰੈਕਸ਼ਨ ਓਬਵੀਅਸਲੀ ਘੱਟ ਗਈ, ਕਿਉਂਕਿ ਟੀਚਰ ਵੀ ਕੀ ਹੈ, ਸਭ ਤੋਂ ਜਿਹੜਾ ਪਹਿਲਾ ਬੱਚਾ ਬੈਠਾ ਹੋਊਗਾ ਉਹਦੇ ਵੱਲ ਧਿਆਨ ਜ਼ਿਆਦਾ ਦਊਗਾ। ਤਾਂ ਫੋਰਸ ਆਫ ਅਟਰੈਕਸ਼ਨ ਸੋਲਿਡ ਵਿੱਚ ਜ਼ਿਆਦਾ ਹੁੰਦੀ ਹੈ ਅਤੇ ਗੈਸਿਸ ਵਿੱਚ ਫੋਰਸ ਆਫ ਅਟਰੈਕਸ਼ਨ ਘੱਟ ਹੁੰਦੀ ਹੈ। ਤੁਸੀਂ ਇੱਦਾਂ ਵੀ ਲਰਨ ਰੱਖ ਸਕਦੇ ਹੋ, ਠੀਕ ਹੈ। ਨੈਕਸਟ ਆ ਗਿਆ, ਅ ਗੈਸਿਸ ਮੇ ਬੀ ਟਰਾਂਸਫਾਰਮਡ ਇਨਟੂ ਲਿਕੁਇਡ ਸਟੇਟ ਬਾਈ ਕੂਲਿੰਗ ਇਟ। ਹੁਣ ਆਪਾਂ ਗੈਸ ਨੂੰ ਕੀ ਕਰ ਸਕਦੇ ਹਾਂ, ਫੋਰ ਐਗਜ਼ਾਮਪਲ ਆਪਣੇ ਕੋਲ ਆਹ ਵਾਲੀ ਹੈਗੀ ਹੈ ਵਾਟਰ ਵੇਪਰਸ। ਜਦੋਂ ਸਰਫੇਸ ਤੋਂ ਵਾਟਰ ਵੇਪਰ ਉੱਡ ਕੇ ਉੱਪਰ ਜਾਂਦਾ ਹੈ, ਉੱਪਰ ਜਾ ਕੇ ਕੀ ਬਣ ਜਾਂਦੇ ਉਹਦੇ ਕਲਾਊਡਸ, ਤਾਂ ਉਹਨੂੰ ਆਪਾਂ ਬੋਲਦੇ ਹਾਂ ਕੰਡੈਂਸੀਏਸ਼ਨ। ਕੰਡੈਂਸੀਏਸ਼ਨ ਮੀਨਸ ਵਾਟ, ਵੈਨ ਗੈਸ਼ੀਅਸ ਸਟੇਟ ਆਫ ਮੈਟਰ ਕਨਵਰਟਸ ਇਨਟੂ ਲਿਕੁਇਡ ਸਟੇਟ ਆਫ ਮੈਟਰ, ਤਾਂ ਉਹਨੂੰ ਆਪਾਂ ਬੋਲਦੇ ਹਾਂ ਕੰਡੈਂਸੀਏਸ਼ਨ। ਜਦੋਂ ਕੰਡੈਂਸ ਹੋ ਜਾਂਦੇ ਆ ਵਾਟਰ ਡ੍ਰੌਪਲੇਟਸ, ਇਵੈਪੋਰੇਸ਼ਨ ਕਰਕੇ ਉੱਪਰ ਗਏ, ਉੱਪਰ ਜਾ ਕੇ ਉਹ ਉਹਨਾਂ ਨੇ ਕੀ ਹੈ, ਪਾਣੀ ਬਣਾ ਲਿਆ, ਮਤਲਬ ਕਲਾਊਡਸ ਵਿੱਚ ਵਾਟਰ ਬਣਾ ਲਿਆ। ਤਾਂ ਜਿਹੜੇ ਟੈਂਪਰੇਚਰ 'ਤੇ ਇਹ ਗੈਸ਼ੀਅਸ ਪਾਰਟੀਕਲ ਉੱਪਰ ਜਾਂਦੇ ਆ ਅਤੇ ਉੱਪਰ ਜਾ ਕੇ ਕਲਾਊਡਸ ਬਣਾਉਂਦੇ ਆ, ਮਤਲਬ ਵਾਟਰ ਡ੍ਰੌਪਲੇਟਸ ਕਨਵਰਟ ਹੋ ਜਾਂਦੇ ਆ, the temperature at which gaseous state of matter converts to liquid state of matter, ਉਹ ਟੈਂਪਰੇਚਰ ਨੂੰ ਆਪਾਂ ਬੋਲਦੇ ਹਾਂ ਕੰਡੈਂਸੀਏਸ਼ਨ ਪੁਆਇੰਟ। ਅਤੇ ਇਹ ਹਮੇਸ਼ਾ ਕੂਲ ਕਰਨ 'ਤੇ ਹੁੰਦਾ ਹੈ, ਅਪੋਨ ਕੂਲਿੰਗ, ਕਿਉਂਕਿ ਜਦੋਂ ਵੀ ਪਾਰਟੀਕਲਸ ਉੱਪਰ ਜਾਂਦੇ ਆ ਨਾ, ਉੱਪਰ ਜਾ ਕੇ ਉਹ ਠੰਡੇ ਹੋਣੇ ਸ਼ੁਰੂ ਹੋ ਜਾਂਦੇ ਆ। ਠੰਡੇ ਹੋ ਕੇ ਕੀ ਉਹ ਕੋਲੇ ਕੋਲੇ ਆਉਣੇ ਸ਼ੁਰੂ ਹੋ ਗਏ। ਜਦੋਂ ਕੋਈ ਵੀ ਚੀਜ਼ ਆਪਾਂ ਠੰਡੀ ਕਰਦੇ ਹਾਂ, ਠੰਡੀ ਕਰਨ 'ਤੇ ਪਾਰਟੀਕਲਸ ਨੇੜੇ ਆ ਜਾਂਦੇ ਆ। ਦੇਖੋ ਗੈਸਿਸ ਦੇ ਪਾਰਟੀਕਲਸ ਕਿੱਥੇ ਤਾਂ ਪਹਿਲਾਂ ਦੂਰ ਦੂਰ ਸੀਗੇ, ਜਦੋਂ ਹੀ ਮੈਂ ਉਹਨੂੰ ਕੂਲ ਕੀਤਾ ਮਤਲਬ ਪਾਰਟੀਕਲਸ ਨੇੜੇ ਨੇੜੇ ਆ ਗਏ। ਪਾਰਟੀਕਲਸ ਨੇੜੇ ਨੇੜੇ ਆ ਕੇ ਮਤਲਬ ਉਹਨੇ ਕੀ ਬਣਾ ਲਿਆ, ਲਿਕੁਇਡ ਬਣਾ ਲਿਆ, ਠੀਕ ਹੈ। ਤਾਂ ਉਹਨੂੰ ਆਪਾਂ ਬੋਲਦੇ ਹਾਂ ਕੰਡੈਂਸੀਏਸ਼ਨ। ਨੈਕਸਟ ਆ ਗਿਆ ਆਪਣੇ ਕੋਲ ਵੈਰੀ ਇੰਪੋਰਟੈਂਟ, ਫੋਰਸ ਆਫ ਕੋਹੈਸ਼ਨ। ਫੋਰਸ ਆਫ ਕੋਹੈਸ਼ਨ ਕੀ ਹੁੰਦੀ ਹੈ, ਦ ਇੰਟਰਮੋਲੀਕੂਲਰ ਫੋਰਸ ਅਮੰਗ ਦ ਮੋਲੀਕਿਊਲਸ ਆਫ ਸੇਮ ਸਬਸਟਾਂਸ। ਮੰਨ ਲਓ ਮੇਰੇ ਕੋਲ ਇੱਕ ਬੀਕਰ ਵਿੱਚ ਪਾਣੀ ਹੈ, ਆ ਬੀਕਰ ਵਿੱਚ ਮੇਰੇ ਕੋਲ ਵਾਟਰ ਹੈ। ਹੁਣ ਜਿਹੜੀ ਤਾਂ ਫੋਰਸ ਆ ਸਾਰੇ ਵਾਟਰ ਮੋਲੀਕਿਊਲਸ ਹੈ, ਆ ਵੀ ਵਾਟਰ ਦਾ, ਆ ਵੀ ਵਾਟਰ ਦਾ, ਆ ਵੀ ਵਾਟਰ ਦਾ, ਜਿਹੜੀ ਫੋਰਸ ਇਹ ਸੇਮ ਮੋਲੀਕਿਊਲਸ ਦੇ ਵਿੱਚ ਹੈ, ਉਹ ਫੋਰਸ ਨੂੰ ਆਪਾਂ ਬੋਲਦੇ ਹਾਂ ਫੋਰਸ ਆਫ ਕੋਹੈਸ਼ਨ। ਬਟ ਕੁਛ ਨਾ ਕੁਛ ਫੋਰਸ ਇਸ ਬੀਕਰ ਦੀ ਗਲਾਸ ਕਰਕੇ ਅਤੇ ਇਸ ਵਾਟਰ ਡ੍ਰੌਪਲੇਟ 'ਤੇ ਵੀ ਤਾਂ ਲੱਗਦੀ ਹੋਊਗੀ, ਤਾਂ ਹੀ ਤਾਂ ਜਿਹੜਾ ਵਾਟਰ ਡ੍ਰੌਪਲੇਟ ਆ ਉਹ ਇਹਦੇ ਵਿੱਚ ਰਿਟੇਨ ਰਹਿ ਰਿਹਾ, ਨਹੀਂ ਤਾਂ ਵਾਟਰ ਤਾਂ ਬਾਹਰ ਆ ਜੇ ਕੋਈ ਫੋਰਸ ਹੀ ਨਾ ਹੋਵੇ ਤਾਂ, ਠੀਕ ਹੈ। ਅਤੇ ਜਿਹੜੀ ਫੋਰਸ ਇਹ ਬੀਕਰ ਦੀ ਵਾਲ ਅਤੇ ਵਾਟਰ ਮੋਲੀਕਿਊਲ ਵਿੱਚ ਫੋਰਸ ਹੈ, ਉਹ ਫੋਰਸ ਨੂੰ ਆਪਾਂ ਬੋਲਦੇ ਹਾਂ ਫੋਰਸ ਆਫ ਐਡਹੈਸ਼ਨ। ਫੋਰਸ ਆਫ ਐਡਹੈਸ਼ਨ ਕੀ ਹੁੰਦੀ ਹੈ, ਦ ਇੰਟਰਮੋਲੀਕੂਲਰ ਫੋਰਸ ਅਮੰਗ ਦ ਮੋਲੀਕਿਊਲਸ ਆਫ ਟੂ ਡਿਫਰੈਂਟ ਸਬਸਟਾਂਸਿਸ। ਜਿਹੜੀ ਤਾਂ ਫੋਰਸ ਇਸ ਵਾਟਰ ਮੋਲੀਕਿਊਲਸ ਦੇ ਆਪਸ ਵਿੱਚ ਸੀ, ਅਮੰਗ ਦ ਸੇਮ ਐਟਮ ਸੇਮ ਸਬਸਟਾਂਸ, ਉਹ ਤਾਂ ਸੀ ਫੋਰਸ ਆਫ ਕੋਹੈਸ਼ਨ। ਹੁਣ ਕੁਛ ਨਾ ਕੁਛ ਫੋਰਸ ਇਹ ਬੀਕਰ ਅਤੇ ਇਸ ਵਾਟਰ ਮੋਲੀਕਿਊਲਸ ਵਿੱਚ ਵੀ ਹੋਊਗੀ ਨਾ। ਜਦੋਂ ਫੋਰਸ ਬਿਟਵੀਨ ਦਾ ਡਿਫਰੈਂਟ ਮੋਲੀਕਿਊਲਸ ਹੋ ਜਾਣ, ਵੀ ਇੱਕ ਮੋਲੀਕਿਊਲਸ ਗਲਾਸ ਦੇ ਹੈ ਮਤਲਬ ਬੀਕਰ ਦੇ ਹੈ, ਇੱਕ ਮੋਲੀਕਿਊਲਸ ਆਪਣੇ ਕੋਲ ਕੀ ਹੈ, ਵਾਟਰ ਦੇ ਹੈ, ਤਾਂ ਇਹ ਜਿਹੜੀ ਫੋਰਸ ਹੋਊਗੀ ਆਪਣੇ ਕੋਲ, ਇਹਨੂੰ ਆਪਾਂ ਬੋਲਦੇ ਹਾਂ ਫੋਰਸ ਆਫ ਐਡਹੈਸ਼ਨ, ਠੀਕ ਹੈ। ਤਾਂ ਇਹਦੇ ਨਾਲ ਆਪਣਾ ਚੈਪਟਰ ਸੋਲਿਡ ਲਿਕੁਇਡ ਗੈਸ ਕੰਪਲੀਟ ਹੋ ਗਿਆ। ਇਹਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਇਹ ਵੀ ਆ ਸਕਦਾ ਹੈ, ਡਿਫਰੈਂਸ਼ੀਏਟ ਬਿਟਵੀਨ ਸੋਲਿਡ ਲਿਕੁਇਡ ਐਂਡ ਗੈਸ। ਸੋਲਿਡ ਲਿਕੁਇਡ ਐਂਡ ਗੈਸ ਵਿੱਚ ਆਪਾਂ ਕੀ ਹੈ, ਡਿਫਰੈਂਸ਼ੀਏਟ ਕਰਨਾ। ਤਾਂ ਡਿਫਰੈਂਸ਼ੀਏਟ ਤੁਸੀਂ ਕਰ ਸਕਦੇ ਹੋ ਆਰਾਮ ਨਾਲ, ਜਿਵੇਂ ਲਿਖ ਦਿਓ ਕਿ ਪਾਰਟੀਕਲਸ ਇਨ ਦਾ ਸੋਲਿਡ ਆਰ ਵੈਰੀ ਕਲੋਜ਼ਲੀ ਪੈਕਡ, ਪਾਰਟੀਕਲਸ ਇਨ ਦਾ ਲਿਕੁਇਡ ਆਰ ਲੈਸ ਕਲੋਜ਼ਲੀ ਪੈਕਡ, ਪਾਰਟੀਕਲਸ ਇਨ ਦਾ ਗੈਸ਼ੀਅਸ ਆਰ ਵੈਰੀ ਲੈਸ ਕਲੋਜ਼ਲੀ ਪੈਕਡ ਔਰ ਲੀਸਟ ਕਲੋਜ਼ਲੀ ਪੈਕਡ, ਠੀਕ ਹੈ। ਇੱਥੇ ਲਿਖ ਸਕਦੇ ਹੋ ਸੋਲਿਡ ਵਿੱਚ, ਦ ਸਪੇਸ ਬਿਟਵੀਨ ਦ ਇੰਟਰਮੋਲੀਕੂਲਰ ਸਪੇਸ ਇਜ਼ ਲੈਸ, ਦ ਇੰਟਰਮੋਲੀਕੂਲਰ ਸਪੇਸ ਇਜ਼ ਮੋਰ, ਦ ਇੰਟਰਮੋਲੀਕੂਲਰ ਸਪੇਸ ਇਜ਼ ਮੈਕਸੀਮਮ। ਫੋਰਸ ਆਫ ਅਟਰੈਕਸ਼ਨ ਬਾਰੇ ਲਿਖ ਸਕਦੇ ਹੋ, ਕੋਈ ਐਗਜ਼ਾਮਪਲਸ ਲਿਖ ਸਕਦੇ ਹੋ। ਤਾਂ 4 ਜਾਂ 5 ਪੁਆਇੰਟਸ ਤੁਸੀਂ ਕੀ ਤਿਆਰ ਕਰ ਲੈਣੇ ਆ, ਕਿਉਂਕਿ ਡਿਫਰੈਂਸ ਬਿਟਵੀਨ ਸੋਲਿਡ ਲਿਕੁਇਡ ਗੈਸ ਇਹ ਇੰਪੋਰਟੈਂਟ ਕੁਐਸਚਨ ਹੈ, ਇਹ ਆ ਜਾਂਦਾ ਹੁੰਦਾ ਐਗਜ਼ਾਮ ਵਿੱਚ, ਠੀਕ ਹੈ।